ओके जी, हेलो। मैं दूसरे सब रंग रेडियो वाले नाल भी कनेक्ट कर लवां जी। लो जी, हो गया कनेक्ट नाल भी। सो सारे मित्र प्यारिਆਂ ਨੂੰ ਜਿਹੜੇ ਵੀ ਪ੍ਰੋਗਰਾਮ ਸੁਣ ਰਹੇ ਨੇ ਪ੍ਰਵਾਜ਼ ਰੇਡੀਓ ਦੇ ਉੱਪਰ ਜਾਂ ਸਭ ਰੰਗ ਰੇਡੀਓ ਦੇ ਉੱਪਰ ਜਾਂ YouTube ਤੇ ਮੈਨੂੰ ਵੇਖਣਗੇ, ਸਾਰਿਆਂ ਨੂੰ ਬੜੇ ਪਿਆਰ ਸਤਿਕਾਰ ਨਾਲ ਨਿੱਘੀ ਸਤਿ ਸ੍ਰੀ ਅਕਾਲ ਪੇਸ਼ ਕਰਦਾ ਜੀ। ਸੋ ਅੱਜ ਦਾ ਪ੍ਰੋਗਰਾਮ ਅਸੀਂ ਹਜੇ ਫੇਰ ਮੂੰਹ ਦੇ ਉੱਪਰ ਹੀ ਕਰਾਂਗੇ, ਕਿਉਂਕਿ ਮੂੰਹ ਦੀਆਂ ਬਹੁਤ ਸਾਰੀਆਂ ਗੱਲਾਂ ਹਜੇ ਬਾਕੀ ਰਹਿੰਦੀਆਂ ਨੇ। ਅਸੀਂ ਫੇਰ ਡਾਈਜੈਸਟਿਵ ਸਿਸਟਮ ਦੇ ਅੰਦਰ ਐਂਟਰ ਕਰਨਾ ਹੈਗਾ ਅਤੇ ਸ਼ੁਰੂਆਤ ਹੈਗੀ ਹੈ ਜਿਹਦੇ ਵਿੱਚ ਅਸੀਂ ਬੁੱਲਾਂ ਦੀਆਂ ਬਿਮਾਰੀਆਂ, ਫੇਸ ਦੀਆਂ ਬਿਮਾਰੀਆਂ, ਬੈਲਜ਼ ਪਾਲਸੀ ਵਗੈਰਾ ਔਰ ਦੰਦਾਂ ਦੀਆਂ ਬਿਮਾਰੀਆਂ, ਗਮਸ ਦੀਆਂ ਬਿਮਾਰੀਆਂ, ਇਹ ਤਕਰੀਬਨ ਸਾਰੀਆਂ ਜਿਹੜੀਆਂ ਆਮ ਬਿਮਾਰੀਆਂ ਹੋਣ ਵਾਲੀਆਂ ਨੇ, ਜਿਹੜੇ ਆਮ ਲੋਕ ਜਾਣਦੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਕਵਰ ਕਰ ਲਿਆ। ਪਰ ਇਸ ਤੋਂ ਇਲਾਵਾ ਵੀ ਕੁਝ ਐਸੀਆਂ ਗੱਲਾਂ ਰਹਿ ਗਈਆਂ ਨੇ, ਕੁਝ ਬਿਮਾਰੀਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਮੂੰਹ ਦੇ ਵਿੱਚ ਵੀ ਵਾਇਰਸ ਦੇ ਕਰਕੇ ਹੋ ਜਾਂਦੀਆਂ ਨੇ। ਹਰਪੀਸ ਵਾਇਰਸ, ਇਹ ਇਸ ਤਰ੍ਹਾਂ ਦੇ ਓਰਲ ਹਰਪਸ ਵਾਇਰਸ ਹੈਗੇ ਨੇ ਜਿਹੜੇ ਮੂੰਹ ਦੇ ਵਿੱਚ ਵੀ ਬਹੁਤ ਤਰ੍ਹਾਂ ਦਾ ਇਨਫੈਕਸ਼ਨ ਵਗੈਰਾ ਪੈਦਾ ਕਰ ਦਿੰਦੇ ਨੇ। ਔਰ ਉਹਦੇ ਵਿੱਚ ਅਸੀਂ ਉਹਨੂੰ ਕਹਿੰਦੇ ਹਾਂ ਓਰਲ ਲੀਚਨ ਪਲੈਨਸ, ਠੀਕ ਹੈ। ਲੀਚਨ ਨਾਂ ਤੁਸੀਂ ਸਮਝ ਲਓ ਵੀ ਲੀਚਨ ਨਾਂ ਦੀ ਬਿਮਾਰੀ ਹੈਗੀ ਐਸੀ, ਜਿਹਦੇ ਵਿੱਚ ਕੀ ਹੁੰਦਾ ਕਿ ਵਾਈਟ ਪੈਚਸ, ਚਿੱਟੇ ਰੰਗ ਦੇ ਚਕੱਤੇ ਜਿਹੜੇ ਨੇ ਉਹ ਜੀਭ ਦੇ ਅੰਦਰ ਵਾਲੇ ਪਾਸੇ, ਗੱਲਾਂ ਦੇ ਅੰਦਰ ਵਾਲੇ ਪਾਸੇ, ਇਹ ਸਾਰੀਆਂ ਥਾਵਾਂ 'ਤੇ ਬਣ ਜਾਂਦੇ ਆ। ਔਰ ਗਮਸ ਦੇ ਉੱਪਰ ਵੀ ਉਸੇ ਤਰ੍ਹਾਂ ਦੇ ਚਿੱਟੇ ਜਿਹੜੇ ਚਕੱਤੇ ਜੇ ਬਣਨੇ ਸ਼ੁਰੂ ਹੋ ਜਾਂਦੇ, ਬਾਹਰ ਜਿਵੇਂ ਤਦਰੀ ਹੁੰਦੀ ਹੈ ਨਾ, ਲਾਈਕ ਉਸ ਤਰ੍ਹਾਂ ਦੇ ਇਹ ਦਾਣੇ ਭਰੇ ਹੁੰਦੇ, ਚਿੱਟੇ ਰੰਗ ਦੇ ਹੁੰਦੇ ਨੇ, ਜਿਹੜੇ ਬਣ ਜਾਂਦੇ ਨੇ। ਉਹ ਅਸੀਂ ਆਟੋ ਇਮਿਊਨ ਡਿਜ਼ੀਜ਼ ਦੇ ਕਰਕੇ ਪੈਦਾ ਹੋਏ ਇਹਨਾਂ ਨੂੰ ਕਹਿੰਦੇ ਹਾਂ। ਅਤੇ ਆਟੋ ਇਮਿਊਨ ਡਿਜ਼ੀਜ਼ ਦੀ ਆਪਾਂ ਅੱਗੇ ਡਿਸਕ੍ਰਿਪਸ਼ਨ ਸਾਰੇ ਸਰੋਤਿਆਂ ਨੂੰ ਦੇ ਚੁੱਕੇ ਹਾਂ ਕਿ ਜਦੋਂ ਤੁਹਾਡੇ ਸਿਸਟਮ ਦੇ ਵਿੱਚ ਕੋਈ ਇਮਿਊਨਿਟੀ ਵਾਲਾ ਸਿਸਟਮ ਬਹੁਤ ਜ਼ਿਆਦਾ ਓਵਰ ਐਕਟਿਵ ਹੋ ਜਾਂਦਾ ਹੈ ਅਤੇ ਉਹ ਤੁਹਾਡਾ ਘਰ ਹੀ ਤੁਹਾਨੂੰ ਖਾਣਾ ਸ਼ੁਰੂ ਕਰ ਦੇਵੇ, ਅਤੇ ਉਸ ਹਾਲਾਤ ਨੂੰ ਅਸੀਂ ਕਹਿੰਦੇ ਹਾਂ ਆਟੋ ਇਮਿਊਨ ਡਿਜ਼ੀਜ਼। ਪੰਜਾਬੀ ਦੇ ਵਿੱਚ ਅਸੀਂ ਇਵੇਂ ਹੀ ਸਮਝ ਸਕਦੇ ਹਾਂ ਕਿ ਸਾਡੀ ਆਪਦੀ ਓਵਰ ਐਕਟੀਵਿਟੀ ਜਦੋਂ ਹੋ ਜਾਂਦੀ ਹੈ ਅਤੇ ਉਸ ਹਾਲਾਤ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਹਾਂ ਆਟੋ ਇਮਿਊਨ ਡਿਜ਼ੀਜ਼। ਔਰ ਉਹਦੇ ਕਰਕੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਮੂੰਹ ਦੇ ਵਿੱਚ ਵੀ ਆਪਾਂ ਇਹ ਗਿਣਤੀ ਕਰ ਰਹੇ ਹਾਂ ਕਿ ਮੂੰਹ ਦੇ ਵਿੱਚ ਲੀਚਨ ਦੀ ਬਿਮਾਰੀ ਹੋ ਜਾਂਦੀ, ਜਿਹਦੇ 'ਚ ਚਿੱਟੇ ਸਪੌਟਸ ਜਿਹੜੇ ਨੇ ਮੂੰਹ ਦੇ ਵਿੱਚ ਬਣ ਜਾਂਦੇ ਨੇ ਸਾਰੇ ਅੰਦਰ। ਔਰ ਜਿਹੜੇ ਸਿੰਪਟਮਸ ਅਸੀਂ ਗਿਣਦੇ ਹਾਂ ਇਹਦੇ ਵਿੱਚ, ਸਭ ਤੋਂ ਪਹਿਲਾਂ ਮੂੰਹ ਦੀ ਬਦਬੂ, ਮੂੰਹ ਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਗਮਸ ਦੇ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ, ਸੋਜ ਹੋ ਜਾਂਦੀ ਹੈ ਅੰਦਰ, ਗੱਲਾਂ ਦੇ ਵਿੱਚ ਵੀ ਐਜ਼ ਏ ਹੋਲ ਸਾਰੇ ਮੂੰਹ ਦੇ ਵਿੱਚ ਹੀ ਹੋ ਜਾਂਦੀ ਹੈ ਸੋਜ ਬੇਸਿਕਲੀ। ਔਰ ਇਸੇ ਤਰ੍ਹਾਂ ਹੀ ਜਿਹੜਾ ਹੈ ਬਦਬੂ ਦੀ ਇਸ ਗੱਲ ਕਰ ਰਹੀ, ਚਬਾਉਣਾ ਬੜਾ ਔਖਾ ਹੋ ਜਾਂਦਾ ਆ। ਕੱਲ੍ਹ ਮੈਂ ਤੁਹਾਡੇ ਨਾਲ ਕੋਈ ਗੱਲ ਸਾਂਝੀ ਕੀਤੀ ਸੀ ਵੀ ਦਰਸ਼ਨ ਸਿੰਘ ਜੀ ਮੇਰੀ ਗਾਂ ਚੋ ਦਿਓ, ਹਾਂਜੀ ਬਿਲਕੁਲ ਠੀਕ ਉਹੀ ਗੱਲ। ਪਹਿਲੀ ਗੱਲ ਹੈ ਬੋਲਣ ਵਿੱਚ ਦਿੱਕਤ ਹੋ ਜਾਂਦੀ ਹੈ, ਬੋਲਿਆ ਨਹੀਂ ਜਾਂਦਾ, ਮੂੰਹ ਵਿੱਚ ਸੋਜ ਹੁੰਦੀ ਹੈ, ਖਾਇਆ ਨਹੀਂ ਜਾਂਦਾ। ਔਰ ਉਹਦੇ ਨਾਲ ਇੱਕ ਤਰ੍ਹਾਂ ਦੀ ਜਲਨ ਹੁੰਦੀ ਹੈ ਔਰ ਦਰਦ ਹੁੰਦੀ ਹੈ, ਡਿਸਕੰਫਰਟ ਵਾਲੀ ਗੱਲ ਜਿਹਨੂੰ ਅਸੀਂ ਕਹਿ ਸਕਦੇ ਹਾਂ, ਇਹ ਆਮ ਤੌਰ 'ਤੇ ਹੋਣਾ ਸ਼ੁਰੂ ਹੋ ਜਾਂਦਾ। ਔਰ ਬਰੱਸ਼ 'ਤੇ ਕਰਨਾ ਬਹੁਤ ਔਖਾ ਹੋ ਜਾਂਦਾ ਹੈ, ਕਿਉਂਕਿ ਗਮਸ ਦੇ ਉੱਪਰ ਵੀ ਇਹ ਚਕੱਤੇ ਨਿਕਲੇ ਹੁੰਦੇ ਨੇ ਅਤੇ ਅੰਦਰ ਗੱਲਾਂ ਦੇ ਵਿੱਚ ਵੀ ਇਹ ਚਕੱਤੇ ਨਿਕਲੇ ਹੁੰਦੇ ਨੇ। ਔਰ ਜਿਸ ਕਰਕੇ ਜੇ ਤੁਸੀਂ ਬਰੱਸ਼ ਕਰਦੇ ਵੀ ਤਾਂ ਉਹਦੇ ਨਾਲ ਖੂਨ ਲਾਜ਼ਮੀ ਤੌਰ 'ਤੇ ਨਿਕਲਦਾ ਹੈਗਾ। ਔਰ ਇਸੇ ਸੰਬੰਧ ਦੇ ਵਿੱਚ ਆਪਾਂ ਜਿੰਜੀਵਾਈਟਿਸ ਦੀ ਗੱਲ ਕਰ ਚੁੱਕੇ ਹਾਂ ਕੱਲ੍ਹ, ਫਿਰ ਮੈਂ ਦੁਹਰਾ ਦਿਆਂ ਕਿ ਗਮਸ ਦੀ ਬਿਮਾਰੀ ਨੂੰ ਅਸੀਂ ਜਿੰਜੀਵਾਈਟਿਸ ਕਹਿੰਦੇ ਹਾਂ। ਅਤੇ ਗਮਸ ਦੀ ਜਿਹੜੀ ਆਪਸ ਵਿੱਚ ਪਕੜ ਹੈ ਦੰਦਾਂ ਦੇ ਨਾਲ, ਉਹ ਇੱਕ ਲਿਗਾਮੈਂਟ ਦੇ ਕਰਕੇ ਹੈਗੀ ਹੈ। ਔਰ ਉਹ ਲਿਗਾਮੈਂਟ ਜਦੋਂ ਕਮਜ਼ੋਰ ਹੋ ਜਾਂਦਾ ਆ, ਇਸ ਕਰਕੇ ਜਿਹੜੇ ਗਮ ਸਾਡੇ ਨੇ ਬਾਹਰ ਨੂੰ ਰਸੀਡ ਹੋਣੇ ਸ਼ੁਰੂ ਹੋ ਜਾਂਦੇ ਨੇ, ਜਾਂ ਸੌਡਸ ਜਿਹਨੂੰ ਅਸੀਂ ਕਰੇੜਾ ਕਹਿੰਦੇ ਹਾਂ ਪੰਜਾਬੀ 'ਚ। ਜਦੋਂ ਕਰੇੜਾ ਬਹੁਤ ਜ਼ਿਆਦਾ ਜੰਮਣਾ ਸ਼ੁਰੂ ਹੋ ਜਾਂਦਾ, ਕਰੇੜਾ ਬਣਦਾ ਤਾਂ ਰੋਜ਼ ਹੀ ਹੈ, ਉਹਦੀ ਸਾਰੀ ਡਿਸਕ੍ਰਿਪਸ਼ਨ ਆਪਾਂ ਕੱਲ੍ਹ ਭਾਫ਼ ਬਣਨ ਵਾਲੀ ਗੱਲ ਦੇ ਵਿੱਚ ਦੱਸ ਦਿੱਤੀ ਸੀ ਕਿ ਜਿਵੇਂ ਭਾਫ਼ ਅੰਦਰ ਤੋਂ ਉੱਪਰ ਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ, ਮੂੰਹ ਬੰਦ ਹੁੰਦਾ ਹੈ ਅਤੇ ਮੂੰਹ ਦੇ ਵਿੱਚ ਹੀ ਉਹ ਠੰਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਉਹ ਕਰੇੜਾ ਬਣ ਕੇ ਦੰਦਾਂ ਦੇ ਜੰਮਣੀ ਸ਼ੁਰੂ ਹੋ ਜਾਂਦੀ ਹੈ। ਜਾਂ ਜਿਹੜੇ ਸਾਡੇ ਫੂਡ ਪਾਰਟੀਕਲਸ ਜੋ ਵੀ ਅਸੀਂ ਖਾ ਰਹੇ ਹਾਂ, ਔਰ ਫੂਡ ਪਾਰਟੀਕਲਸ ਅਗਰ ਉੱਥੇ ਰਹਿ ਗਏ ਅਤੇ ਉਹਨਾਂ ਫੂਡ ਪਾਰਟੀਕਲ ਦੇ ਕਰਕੇ ਵੀ ਬੈਕਟੀਰੀਆਜ਼ ਆਉਣੇ ਸ਼ੁਰੂ ਹੋ ਜਾਂਦੇ ਨੇ ਅਤੇ ਉਹ ਵੀ ਸਾਡੇ ਗਮਸ ਨੂੰ ਵੀਕ ਕਰ ਦਿੰਦੇ ਨੇ, ਜਿਸ ਕਰਕੇ ਇਹ ਆਮ ਤੌਰ 'ਤੇ ਜਿਹੜੀ ਬਲੀਡਿੰਗ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਜਿਹਨੂੰ ਅਲਟੀਮੇਟਲੀ ਫਿਰ ਡਾਕਟਰ ਕਹਿੰਦੇ ਨੇ ਕਿਤੇ ਨੂੰ ਜਿੰਜੀਵਾਈਟਿਸ ਹੋ ਗਿਆ, ਮਸੂੜਿਆਂ ਦੀ ਬਿਮਾਰੀ ਹੋ ਗਈ। ਇਸ ਤੋਂ ਇਲਾਵਾ ਇੱਥੇ ਹੀ ਮੂੰਹ ਦੇ ਵਿੱਚ ਹੀ
ਇੱਕ ਲਿਊਕੋਪਲੇਕੀਆ ਨਾਂ ਦੀ ਬਿਮਾਰੀ ਹੁੰਦੀ ਹੈ, ਹੁੰਦੇ ਉਹਦੇ ਵੀ ਵਾਈਟ ਪੈਚਸ ਹੀ ਹਨ। ਔਰ ਇਸੇ ਤਰ੍ਹਾਂ ਹੀ ਐਰੀਥਰੋਪਲੇਕੀਆ, ਲਿਊਕੋ ਦਾ ਮਤਲਬ ਹੁੰਦਾ ਹੈ ਵਾਈਟ, ਪਲੇਕੀਆ ਮੀਨਸ ਪਲੇਕ, ਇੱਕ ਤਰ੍ਹਾਂ ਨਾਲ ਚਕੱਤਾ ਬਣ ਗਿਆ। ਇਸੇ ਤਰ੍ਹਾਂ ਹੀ ਹਾਂਜੀ ਚਿੱਟੇ ਰੰਗ ਦਾ ਚਕੱਤੇ ਜੇ ਬਣ ਜਾਂਦੇ ਆ। ਔਰ ਇਸੇ ਤਰ੍ਹਾਂ ਜਦੋਂ ਅਸੀਂ ਕਹਿੰਦੇ ਹਾਂ ਨਾ ਐਰੀਥਰੋਪਲੇਕੀਆ, ਉਹਦਾ ਮਤਲਬ ਇਹ ਹੁੰਦਾ, ਐਰੀਥਰੋ ਦਾ ਮਤਲਬ ਹੁੰਦਾ ਲਾਲ ਖੂਨ ਦੇ ਕਣਾਂ ਤੋਂ ਬਣਿਆ ਹੋਇਆ ਉਹ ਲਫ਼ਜ਼। ਤੇ ਜਦੋਂ ਉਹ ਚਕੱਤੇ ਜੇ ਲਾਲ ਰੰਗ ਦੇ ਹੋਣ ਤੇ ਉਸ ਨੂੰ ਅਸੀਂ ਐਰੀਥਰੋਪਲੇਕੀਆ ਕਹਿ ਦਿੰਦੇ ਹਾਂ। ਮੈਡੀਕਲ ਟਰਮ ਹੈਗੀ ਹੈ। ਭਾਵ ਇਹ ਆ ਵੀ ਉਹ ਜਿਹੜੇ ਚਕੱਤੇ ਨੇ ਚਿੱਟੇ ਰੰਗ ਦੇ ਵੀ ਹੋ ਸਕਦੇ ਆ ਔਰ ਲਾਲ ਰੰਗ ਦੇ ਵੀ ਹੋ ਸਕਦੇ ਆ, ਪਰ ਇਹ ਇੰਨੇ ਸਧਾਰਨ ਨਹੀਂ ਹਨ ਜਿਵੇਂ ਅਸੀਂ ਆਮ ਅੱਗੇ ਹੋਰ ਬਿਮਾਰੀਆਂ ਨੂੰ ਡਿਸਕਸ ਕੀਤਾ ਹੈ ਕਿ ਚਿੱਟੇ ਦਾਣੇ ਹੋ ਗਏ ਜਾਂ ਚਕੱਤੇ ਹੋ ਗਏ ਤੇ ਸਾਫ਼ ਹੋ ਗਿਆ। ਔਰ ਆਮ ਤੌਰ ਤੇ ਇਹਦਾ ਸਮਾਂ ਹੁੰਦਾ ਹੈ 3 ਤੋਂ 3 ਵੀਕ ਦਾ। ਤੁਸੀਂ ਜਿਵੇਂ ਵੀ ਆਪਾਂ ਆਟੋਇਮਿਊਨ ਡਿਜ਼ੀਜ਼ ਦੀ ਗੱਲ ਕੀਤੀ ਸੀ ਨਾ, ਕਿ ਸਾਰੇ ਇਹਨਾਂ ਦੀ ਵਾਇਰਸ ਦੀ ਗੱਲ ਕੀਤੀ ਸੀ, ਤੇ ਵਾਇਰਸ ਦੀ ਗੱਲ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਆਮ ਤੌਰ ਤੇ ਸਾਰੇ ਵਾਇਰਲ ਇਨਫੈਕਸ਼ਨ ਆਪਣੇ ਆਪ ਹੀ 3 ਵੀਕਸ ਦੇ ਵਿੱਚ ਕਵਰ ਹੋ ਜਾਂਦੇ ਆ। ਔਰ ਇੱਥੇ ਵੀ ਇਹੀ ਕੰਡੀਸ਼ਨ ਹੈਗੀ ਆ ਕਿ 3 ਵੀਕਸ ਦੇ ਵਿੱਚ ਜਿਹੜਾ ਅਸੀਂ ਆਟੋਇਮਿਊਨ ਡਿਜ਼ੀਜ਼ ਵਾਲਾ ਵਾਇਰਸ ਦੀ ਗੱਲ ਕੀਤੀ ਸੀ ਉਹ ਠੀਕ ਹੋ ਜਾਂਦੀ ਹੈ। ਪਰ ਇਹ ਜਿਹੜਾ ਲਿਊਕੋਪਲੇਕੀਆ ਹੈ ਜਾਂ ਐਰੀਥਰੋਪਲੇਕੀਆ ਹੈ, ਇਹ ਜਦੋਂ ਵੇਖੋ ਵੀ 3 ਵੀਕ ਦੇ ਵਿੱਚ ਠੀਕ ਨਹੀਂ ਹੋਇਆ ਤੇ ਇਹਨੂੰ ਸਮਝੋ ਵੀ ਬੜੀ ਸੀਰੀਅਸ ਗੱਲ ਆ। ਜਿਵੇਂ ਅਸੀਂ ਆਮ ਤੌਰ ਤੇ ਮਿਸਾਲ ਦਿੰਦੇ ਹਾਂ ਬਈ ਛਿੱਕਾਂ ਜ਼ੁਕਾਮ ਨੇ, ਇਹਨੂੰ ਹਫ਼ਤੇ 'ਚ ਠੀਕ ਹੋ ਜਾਣਾ ਚਾਹੀਦਾ। ਖੰਘ ਵਗੈਰਾ ਹੋਣੀ ਸ਼ੁਰੂ ਹੋ ਗਈ 3 ਹਫ਼ਤੇ 'ਚ ਠੀਕ ਹੋ ਜਾਵੇ, ਬੈਕਟੀਰੀਅਲ ਇਨਫੈਕਸ਼ਨ ਵਗੈਰਾ ਹੋ ਗਿਆ ਤੇ 3 ਹਫ਼ਤੇ 'ਚ ਠੀਕ ਹੋ ਜਾਵੇ। ਉਸ ਤੋਂ ਬਾਅਦ ਅਗਰ ਐਸਾ ਹੋਣਾ ਸ਼ੁਰੂ ਹੁੰਦਾ 20-21 ਦਿਨ ਵੀ ਲੰਘ ਗਏ ਨੇ ਠੀਕ ਨਹੀਂ ਹੋਇਆ ਤੇ ਸਮਝੋ ਫਿਰ ਫੇਫੜਿਆਂ ਵਿੱਚ ਕੋਈ ਨੁਕਸ ਪੈ ਗਿਆ ਹੈ। ਔਰ ਜੇ 3 ਹਫ਼ਤਿਆਂ ਤੋਂ ਬਾਅਦ 3 ਮਹੀਨੇ ਲੰਘ ਗਏ ਨੇ ਤੇ ਖੰਘ ਬੰਦ ਨਹੀਂ ਹੁੰਦੀ, ਰੇਸ਼ਾ ਆਈ ਜਾਂਦਾ ਤੇ ਨਾਲ ਬੁਖਾਰ ਵੀ ਹੈਗਾ, ਤੇ ਸਮਝੋ ਫਿਰ ਇਹਨੂੰ ਟੀਬੀ ਹੋ ਗਈ ਹੈ। ਮਤਲਬ ਅਸੀਂ ਇੱਕ ਤਰਤੀਬ ਜੀ ਬਣਾ ਦਿੰਦੇ ਹਾਂ ਵੀ ਜੇ ਆਹ ਬਿਮਾਰੀ ਐ ਇੰਨੀ ਚਿਰ 'ਚ ਨਹੀਂ ਠੀਕ ਹੋਈ ਤੇ ਆਹ ਹੋ ਸਕਦਾ, ਇੰਨੀ ਚਿਰ 'ਚ ਨਹੀਂ ਠੀਕ ਹੋਈ ਤੇ ਆਹ ਹੋ ਸਕਦਾ। ਕਿਉਂਕਿ ਸਾਡਾ ਸਰੀਰ ਜਿਹੜਾ ਇਟ ਸੈਲਫ ਰਿਸੈਪਟਿਵ ਹੈ, ਇਟ ਸੈਲਫ ਪ੍ਰੋਟੈਕਟਿਵ ਹੈ, ਆਪਣੇ ਆਪ ਨੂੰ ਇਹ ਪ੍ਰੋਟੈਕਟ ਕਰਦਾ ਰਹਿੰਦਾ, ਆਪਣੇ ਆਪ ਨੂੰ ਬਚਾਉਂਦਾ ਰਹਿੰਦਾ ਆ। ਔਰ ਉਸ ਬਚਾਉਣ ਦੇ ਕਰਕੇ ਜਿਹੜੀਆਂ ਵੀ ਬਿਮਾਰੀਆਂ ਨੇ, ਜੇ ਅਸੀਂ ਉਹਦਾ ਕੋਈ ਵੀ ਟ੍ਰੀਟਮੈਂਟ ਨਹੀਂ ਕਰਦੇ ਤੇ ਬਹੁਤ ਸਾਰੀਆਂ ਬਿਮਾਰੀਆਂ ਆਪਣੇ ਆਪ ਠੀਕ ਵੀ ਹੁੰਦੀਆਂ ਨੇ। ਪਰ ਕਿਉਂਕਿ ਸਾਡੇ ਕੋਲੇ ਉਪਰਾਲੇ ਹੁੰਦੇ ਨੇ ਤੇ ਅਸੀਂ ਉਹਨਾਂ ਉਪਰਾਲਿਆਂ ਦੇ ਮੁਤਾਬਕ ਇਹ ਵੇਖਦੇ ਹਾਂ ਵੀ ਜੇ ਉਪਰਾਲਾ ਕਰਦਿਆਂ ਹੋਇਆਂ ਵੀ ਤੇ ਸਰੀਰ ਵੀ ਆਪਣੀ ਤਾਕਤ ਪੂਰੀ ਲਗਾ ਰਿਹਾ ਇਹਨੂੰ ਠੀਕ ਕਰਨ ਦੀ, ਜੇ ਫਿਰ ਵੀ ਇਹ ਇੰਨੇ ਸਮੇਂ ਦੇ ਵਿੱਚ ਇਹ ਚੀਜ਼ ਨਹੀਂ ਠੀਕ ਹੁੰਦੀ, ਇੰਨੇ ਸਮੇਂ 'ਚ ਇਹ ਚੀਜ਼ ਨਹੀਂ ਠੀਕ ਹੁੰਦੀ, ਇੰਨੇ ਸਮੇਂ 'ਚ ਇਹ ਚੀਜ਼ ਨਹੀਂ ਠੀਕ ਹੁੰਦੀ, ਤੇ ਫਿਰ ਅਸੀਂ ਅੱਗੇ ਤੋਂ ਅੱਗੇ ਉਹਦੀ ਪੈਥੋਲੋਜੀ ਅਸੀਂ ਇਸ ਨੂੰ ਕਹਿੰਦੇ ਹਾਂ। ਪੈਥੋਲੋਜੀ ਦਾ ਮਤਲਬ ਇਹ ਹੁੰਦਾ ਵੀ ਇੱਕ ਸੱਪ ਲੰਘ ਗਿਆ ਕਿੱਥੇ ਗਿਆ, ਅਲਟੀਮੇਟ ਕਿੱਥੇ ਜਾ ਕੇ ਪਹੁੰਚੇਗਾ, ਉਹਦੀ ਸ਼ਨਾਖਤ ਕਰਨੀ। ਕਿ ਕੋਈ ਵੀ ਬਿਮਾਰੀ ਛੋਟੀ ਮੋਟੀ ਜਿਹੜੀ ਸ਼ੁਰੂ ਹੋਈ ਹੈ ਉਹਦਾ ਅਲਟੀਮੇਟ ਕੀ ਹੋਊਗਾ। ਜੇ ਇੱਥੇ ਨਾ ਠੀਕ ਹੋਈ ਤੇ ਫਿਰ ਅੱਗੇ ਕੀ ਹੋਏਗਾ, ਫਿਰ ਇੱਥੇ ਨਾ ਠੀਕ ਹੋਈ ਤੇ ਅੱਗੇ ਕੀ ਹੋਏਗਾ। ਇਹਨੂੰ ਅਸੀਂ ਪੈਥੋਲੋਜੀ ਕਹਿੰਦੇ ਬੇਸਿਕਲੀ। ਸੋ ਇਸੇ ਤਰ੍ਹਾਂ ਹੀ ਇਹ ਜਿਹੜੇ ਲਿਊਕੋਪਲੇਕੀਆ ਜਾਂ ਐਰੀਥਰੋਪਲੇਕੀਆ ਮੈਂ ਤੁਹਾਡੇ ਨਾਲ ਨਾਂ ਸਾਂਝੇ ਕੀਤੇ ਨੇ, ਚਿੱਟੇ ਤੇ ਲਾਲ ਤਰ੍ਹਾਂ ਦੇ ਚਕੱਤੇ ਜਿਹੜੇ ਮੂੰਹ ਦੇ ਵਿੱਚ ਬਣ ਜਾਂਦੇ ਨੇ, ਗੱਲਾਂ ਦੇ ਅੰਦਰ ਬਣ ਜਾਂਦੇ ਨੇ, ਇਹ ਆਮ ਤੌਰ ਤੇ ਐਸੇ ਹੁੰਦੇ ਨੇ ਵੀ ਜੇ ਇਹ 3 ਵੀਕ ਦੇ ਵਿੱਚ ਠੀਕ ਨਾ ਹੋਣ ਤੇ ਤੁਸੀਂ ਇਹ ਸਮਝੋ ਭਈ ਬਾਕੀ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਹਨ ਉਹ ਇਹਦੇ ਵਿੱਚ ਸ਼ਾਮਲ ਹੈ, ਜਿਹੜੀਆਂ ਆਪਾਂ ਉੱਪਰ ਗਿਣੀਆਂ ਵੀ। ਸੋਜ ਵੀ ਆ ਗਈ, ਦਰਦ ਵੀ ਹੋ ਗਈ, ਮੂੰਹ 'ਚੋਂ ਮੁਸ਼ਕ ਵੀ ਆਉਣਾ ਸ਼ੁਰੂ ਹੋ ਗਿਆ, ਮੂੰਹ ਖੁੱਲ੍ਹਣ 'ਚ ਵੀ ਦਿੱਕਤ ਹੁੰਦੀ ਹੈ ਔਰ ਨਾਲ ਦਰਦ ਵੀ ਹੋਣੀ ਸ਼ੁਰੂ ਹੋ ਗਈ ਹੈ ਔਰ ਬਲੀਡਿੰਗ ਤੇ ਹੁੰਦੀ ਹੈ। ਜਦੋਂ ਇਹੋ ਜਿਹੀਆਂ ਸਾਰੀਆਂ ਗੱਲਾਂ ਹੋ ਜਾਣ ਤੇ ਉਹ 3 ਮਹੀਨੇ ਵੀ ਲੰਘ ਗਏ ਨੇ ਤੇ ਫਿਰ ਵੀ ਇਹ ਠੀਕ ਨਹੀਂ ਹੋਈ ਤੇ ਤੁਸੀਂ ਇਹ ਸਮਝੋ ਵੀ ਇਹ ਕੈਂਸਰ ਦੀ ਸਟੇਜ ਹੈ। ਇਹ ਕੈਂਸਰ ਦੀ ਪਹਿਲੀ ਸਟੇਜ ਹੈ ਜਿਹੜੀ ਮੈਂ ਸਮਝਦਾ ਵੀ ਇਹ ਸਾਡੀ ਆਖਰੀ ਗੱਲ ਆ ਮੂੰਹ ਦੇ ਵਿੱਚ ਵੀ ਅਸੀਂ ਕੈਂਸਰ ਦੇ ਬਾਰੇ ਸਾਰਿਆਂ ਨੂੰ ਇਸ ਗੱਲ ਬਾਰੇ ਦੱਸਣਾ ਹੈ ਕਿ ਮੂੰਹ 'ਚ ਕੈਂਸਰ ਆਮ ਤੌਰ ਤੇ ਅਸੀਂ ਇਹ ਸਮਝਦੇ ਨੇ ਕਿ ਤੰਬਾਕੂ ਪੀਣ ਵਾਲੇ ਜਿਹੜੇ ਸਿਗਰਟਾਂ ਪੀਂਦੇ ਨੇ ਜਾਂ ਬੀੜਾ ਲਾਉਂਦੇ ਨੇ ਉਹਨਾਂ ਲੋਕਾਂ ਨੂੰ ਐਸਾ ਹੋ ਜਾਂਦਾ ਹੈ। ਪਰ ਆਮ ਕਰਕੇ ਇਹਦੇ ਹੋਰ ਵੀ ਬਹੁਤ ਸਾਰੇ ਕਾਰਨ ਹੈਗੇ ਨੇ। ਸਰੀਰ ਦੇ ਵਿੱਚੋਂ ਵੀ ਕਈ ਤਰ੍ਹਾਂ ਦੇ ਕਾਰਨ ਹੋ ਜਾਂਦੇ ਨੇ। ਲੋਕਲ ਵੀ ਕਿਸੇ ਤਰ੍ਹਾਂ ਇਨਫੈਕਸ਼ਨ ਹੋ ਜਾਂਦਾ ਆ ਜਿਹੜਾ ਕਿ ਅੱਗੇ ਵਧਣਾ ਸ਼ੁਰੂ ਹੁੰਦਾ। ਮਿਸਾਲ ਦੇ ਤੌਰ ਤੇ ਕੋਈ ਟਿਊਮਰ ਹੈ, ਜਿਵੇਂ ਆਪਾਂ ਹੁਣ ਇਹਨਾਂ ਟਿਊਮਰਾਂ ਦੀ ਜਾਂ ਗਿਲਟੀਆਂ ਦੀ ਗੱਲ ਕੀਤੀ ਹੈ, ਕੋਈ ਵੀ ਚੀਜ਼ ਤੁਹਾਡੇ ਸਰੀਰ ਦੇ ਵਿੱਚ ਕੋਈ ਮੌਕਾ ਹੈ, ਕੋਈ ਗਿਲਟੀ ਹੈ, ਲੰਬੇ ਸਮੇਂ ਤੋਂ ਤੁਹਾਡੇ ਸਰੀਰ ਦੇ ਵਿੱਚ ਹੈਗੀ। ਤੁਸੀਂ ਵੇਖਦੇ ਹੋ ਕਿ ਸਾਰਿਆਂ ਦੇ ਸਰੀਰਾਂ 'ਚ ਕੁਛ ਨਾ ਕੁਛ ਗਿਲਟੀਆਂ ਮੋਟੀਆਂ ਛੋਟੀਆਂ ਮੌਕੇ ਕਿਤੇ ਨਾ ਕਿਤੇ ਹੁੰਦੇ ਹੀ ਆ। ਪਰ ਉਹ ਭਾਵੇਂ ਸਾਰੀ ਉਮਰ ਨਾਲ ਲੱਗੇ ਰਹਿਣ, ਤੁਹਾਨੂੰ ਕੋਈ ਤਕਲੀਫ ਨਹੀਂ, ਕੋਈ ਗੱਲ ਨਹੀਂ,
ਪਰ ਇੱਕ ਮੌਕਾ ਜਿਹੜਾ ਬੜੇ ਲੰਬੇ ਸਮੇਂ ਤੋਂ ਤੁਹਾਡੇ ਨਾਲ ਲੱਗਿਆ ਹੋਇਆ ਸੀ, ਤੁਹਾਨੂੰ ਕਦੀ ਦਿੱਕਤ ਨਹੀਂ ਸੀ, ਤਕਲੀਫ ਨਹੀਂ ਸੀ ਹੋਈ, ਤੇ ਹੁਣ ਉਹ ਦਰਦ ਕਰਨ ਲੱਗ ਗਿਆ। ਜਦੋਂ ਉਹ ਦਰਦ ਕਰਨ ਲੱਗ ਗਿਆ ਤਾਂ ਤੁਸੀਂ ਸਮਝੋ ਵੀ ਇਹ ਸਧਾਰਨ ਨਹੀਂ, ਇਹਦਾ ਹੁਣੇ ਕੋਈ ਉਪਰਾਲਾ ਕਰਨ ਦੀ ਲੋੜ ਹੈਗੀ ਹੈ। ਭਾਵ ਕੀ ਆ ਕਿ ਕੈਂਸਰਸ ਡਿਵੈਲਪਮੈਂਟ ਵਾਲੇ ਪਾਸੇ ਜਾ ਰਿਹਾ ਹੈਗਾ। ਦੂਸਰੀਆਂ ਗੱਲਾਂ ਕੁਝ ਇੱਕ ਐਸੇ ਮੂੰਹ ਦੇ ਸੰਬੰਧ ਦੇ ਵਿੱਚ ਅਸੀਂ ਕਰਦੇ ਹਾਂ ਕਿ ਭਾਈ ਜੇ ਮੂੰਹ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੋ ਜਾਣ ਜਿਹੜੀਆਂ ਆਮ ਸਧਾਰਨ ਇਲਾਜ ਦੇ ਨਾਲ ਨਾ ਠੀਕ ਹੋਣ, ਤੇ ਉਹਦੇ ਵਿੱਚ ਵੇਖਣ ਵਾਲੀ ਗੱਲ ਕੀ ਹੈ ਵੀ ਧੌਣ ਦੇ ਵਿੱਚ ਲਿੰਫ ਦੀਆਂ ਗਿਲਟੀਆਂ ਤਾਂ ਨਹੀਂ ਫੁੱਲ ਗਈਆਂ। ਆਮ ਤੌਰ ਤੇ ਧੌਣ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਸ ਅੰਗ ਦੇ ਵਿੱਚ ਸਾਨੂੰ ਕੈਂਸਰਸ ਸਟੇਜ ਦੀ ਸ਼ੱਕ ਪੈਂਦੀ ਹੈ ਉਹਦੇ ਨੇੜੇ ਜਿਹੜੀਆਂ ਵੀ ਉਹ ਲਿੰਫ ਚੈਨਲਸ ਬਣਿਆ ਹੋਇਆ ਰਿਥਰੋ ਸਾਈਟਸ ਦੇ, ਜਿਹੜਾ ਅਸੀਂ ਦੱਸਿਆ ਸੀ ਕਿ ਰੈਟੀਕੂਲੋ ਐਂਡੋਥੈਲੀਅਲ ਸਿਸਟਮ, ਸਪਲੀਨ ਵਾਲਾ ਸਿਸਟਮ ਜਿਹੜਾ ਕਿ ਗੰਦ ਨੂੰ ਮਾਰਦਾ ਹੈ, ਜਿਹੜਾ ਕਿ ਸਾਡੇ ਗੱਡੀਆਂ ਚੋਂ ਕੱਢੇ ਹੋਏ ਡੀਜ਼ਲ ਨੂੰ ਸਾਫ਼ ਕਰਦਾ ਆ, ਉਸ ਸਿਸਟਮ ਦੇ ਨਾਲ ਸੰਬੰਧਿਤ ਜਿਹੜਾ ਸਾਡਾ ਚੈਨਲ ਚੱਲ ਰਿਹਾ, ਇਹਦੇ ਨਾਲ ਲਾਈਨ ਚੱਲ ਰਹੀ ਹੈ, ਉਹਦੇ ਵਿੱਚ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ, ਤੇ ਉਸ ਲਿੰਫ ਨੋਡ ਦੇ ਵਿੱਚ ਸਵੈਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋਰ ਥਰੋਟ, ਗਲਾ ਵਗੈਰਾ ਖਰਾਬ ਹੋਣਾ, ਮੂੰਹ ਦੇ ਨਾਲ ਇਹ ਗਲੇ ਦੀ ਖਰਾਬੀ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਦੰਦਾਂ ਦੇ ਵਿੱਚ ਆਮ ਸਧਾਰਨ ਦੰਦ ਵੀ ਜੇ ਤੁਸੀਂ ਹੱਥ ਲਾਓ ਤੇ ਉਹ ਨਿਕਲ ਕੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ, ਹਿੱਲਣੇ ਸ਼ੁਰੂ ਹੋ ਜਾਂਦੇ ਨੇ। ਵੈਸੇ ਸਾਨੂੰ ਲੱਗਦਾ ਵੀ ਮਜ਼ਬੂਤ ਨੇ, ਪਰ ਜੇ ਤੁਸੀਂ ਕਿਸੇ ਵੀ ਦੰਦ ਨੂੰ ਹੱਥ ਲਾਓ ਤੇ ਉਹ ਲੱਗਦਾ ਵੀ ਤੇ ਬਿਲਕੁਲ ਲੂਜ਼ ਆ, ਖੜਾ ਆ ਉੱਥੇ। ਹਾਂਜੀ, ਔਰ ਉਹਨਾਂ ਦੇ ਦੁਆਲੇ, ਦੰਦਾਂ ਦੇ ਦੁਆਲੇ ਜਿਹੜਾ ਤੁਹਾਡਾ ਗਮ ਹੈ, ਜਿਹੜਾ ਤੁਹਾਡਾ ਮਸੂੜੇ ਹਨ, ਉਹ ਜ਼ਿਆਦਾ ਮੋਟੇ ਹੋਣੇ ਸ਼ੁਰੂ ਹੋ ਜਾਂਦੇ, ਪਰ ਪਾਵਰਲੈਸ ਹੋਣੇ ਸ਼ੁਰੂ ਹੋ ਜਾਂਦੇ। ਜਦੋਂ ਮੋਟਾ ਹੋ ਗਿਆ ਤੇ ਤਾਕਤਵਰ ਹੋਣਾ ਚਾਹੀਦਾ ਸੀ ਨਾ ਉਹਨਾਂ ਨੂੰ, ਤੇ ਜਿਹੜੇ ਦੰਦ ਨੇ ਉਹਨਾਂ ਨੂੰ ਮਜ਼ਬੂਤੀ ਨਾਲ ਫੜ ਲੈਣਾ ਚਾਹੀਦਾ ਸੀ ਨਾ, ਪਰ ਗੱਲ ਉਲਟ ਹੋ ਗਈ। ਗੱਲਾਂ ਅੰਦਰਲੇ ਪਾਸਿਓਂ ਮੋਟੀਆਂ ਹੋ ਗਈਆਂ ਨਾਰਮਲ ਨਾਲੋਂ, ਜੀਭ ਅੰਦਰਲੇ ਪਾਸਿਓਂ ਮੋਟੀ ਹੋ ਗਈ ਤੇ ਦੰਦਾਂ 'ਚ ਆਉਣੋਂ ਹਟ ਗਈ, ਕਿ ਦੰਦਾਂ ਦੇ ਘੇਰੇ ਦੇ ਵਿੱਚ ਨਹੀਂ ਰਹਿ ਗਈ, ਹੁਣ ਬਾਹਰ ਵੀ ਆਉਣੀ ਸ਼ੁਰੂ ਹੋ ਗਈ, ਦੰਦਾਂ ਦੇ ਨਿਸ਼ਾਨ ਉਹਦੇ ਤੇ ਬਣਨੇ ਸ਼ੁਰੂ ਹੋ ਜਾਏ, ਗਾਹੇ ਬਗਾਹੇ ਉਹਦੀ ਦੰਦੀ ਵੀ ਵੱਢੀ ਜਾਂਦੀ ਹੈਗੀ ਹੈ। ਭਾਵ ਕੀ ਕਿ ਜਦੋਂ ਥਿੱਕ ਮਾਸ, ਕਿਸੇ ਵੀ ਤਰ੍ਹਾਂ ਦਾ ਸੰਘਣਾ ਮੋਟਾ ਮਾਸ ਮੂੰਹ ਦੇ ਵਿੱਚ ਕਿਸੇ ਵੀ ਇੱਕ ਥਾਂ ਤੇ ਬਣਨਾ ਸ਼ੁਰੂ ਹੋ ਜਾਵੇ ਤੇ ਉਹ ਫੈਲਣਾ ਸ਼ੁਰੂ ਹੋ ਜਾਵੇ, ਉਹਦੇ ਨਾਲ ਧੌਣ ਦੇ ਵਿੱਚ ਗਿਲਟੀਆਂ ਜਿਹੜੀਆਂ ਨੇ ਲਿੰਫ ਨੋਡ ਦੀਆਂ ਉਹ ਬਣਨੀਆਂ ਸ਼ੁਰੂ ਹੋ ਜਾਣ। ਔਰ ਇਹਦੇ ਨਾਲ ਕੁਝ ਇੱਕ ਹੋਰ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਅਸੀਂ ਕਾਰਡੀਨਲ ਸਾਈਨਸ ਆਫ ਕੈਂਸਰ ਕਹਿੰਦੇ ਹਾਂ। ਭਈ ਇਹ ਤਾਂ ਹਰ ਬਿਮਾਰੀ ਵਿੱਚ, ਕੈਂਸਰ ਕਿਤੇ ਦਾ ਵੀ ਹੋਵੇ, ਕਿ ਸਰੀਰ ਦੇ ਵਿੱਚ ਕਿਸੇ ਵੀ ਅੰਗ ਦੇ ਵਿੱਚ ਹੋਵੇ, ਉਹਦੇ ਨਾਲ ਇਹ ਆਉਣ ਵਾਲੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਦੀ ਗਿਣਤੀ ਮੈਂ ਤੁਹਾਨੂੰ ਹੁਣ ਦੱਸਣ ਲੱਗਿਆ। ਆਮ ਤੰਦਰੁਸਤ ਬੰਦਾ ਆ, ਠੀਕ ਠਾਕ ਹੈ, ਖਾਂਦਾ ਪੀਂਦਾ ਸਭ ਕੁਝ ਸਹੀ ਹੈ, ਕੋਈ ਤਬਦੀਲੀ ਨਹੀਂ ਹੋਈ ਉਸ ਗੱਲ ਦੇ ਵਿੱਚ, ਪਰ ਉਹਦਾ ਭਾਰ ਘਟ ਰਿਹਾ। ਪਹਿਲੀ ਗੱਲ, ਉਹਦਾ ਭਾਰ ਘਟ ਰਿਹਾ। ਦੂਸਰੀ ਗੱਲ, ਰਾਤ ਨੂੰ ਸੌਣ ਸਮੇਂ ਬਹੁਤ ਜ਼ਿਆਦਾ ਉਹਨੂੰ ਪਸੀਨਾ ਆਉਂਦਾ ਹੈ। ਸਰਦੀਆਂ ਦੇ ਦਿਨ ਨੇ ਔਰ ਕੰਬਲ ਨਹੀਂ ਲੈ ਰਿਹਾ ਆਪਣੇ ਉੱਪਰ, ਢੱਕ ਨਹੀਂ ਰਿਹਾ ਆਪਣੇ ਆਪ ਨੂੰ, ਪਰ ਬਾਹਰ ਵੀ ਉਸ ਨੂੰ ਪਸੀਨਾ ਆ ਰਿਹਾ ਹੈ। ਭਈ ਇਸ ਤਰ੍ਹਾਂ ਦੀ ਕਿਹੜੀ ਗੱਲ ਹੋ ਗਈ? ਸਰੀਰ ਵਿੱਚ ਕੋਈ ਇਸ ਤਰ੍ਹਾਂ ਦੀ ਤਬਦੀਲੀ ਆ ਗਈ ਹੈ, ਇਸ ਤਰ੍ਹਾਂ ਦਾ ਇਨਫੈਕਸ਼ਨ ਤੇ ਫਰਮੈਂਟੇਸ਼ਨ ਦੀ ਗੈਸ ਬਣਨੀ ਸ਼ੁਰੂ ਹੋ ਗਈ ਹੈ, ਜਿਹਦੇ ਕਰਕੇ ਉਹਨੂੰ ਰਾਤ ਨੂੰ ਪਸੀਨਾ ਆਉਂਦਾ। ਵੈਸੇ ਰਾਤ ਨੂੰ ਪਸੀਨਾ ਆਉਣ ਵਾਲੀ ਗੱਲ ਅੱਗੇ ਆਵੇਗੀ ਟਿਊਬਰਕਲੋਸਿਸ ਦੀ, ਜਦੋਂ ਮੈਂ ਦੱਸਾਂਗਾ ਕਿ ਟਿਊਬਰਕਲੋਸਿਸ ਦੇ ਵਿੱਚ ਆਮ ਤੌਰ ਤੇ ਰਾਤ ਨੂੰ ਪਸੀਨਾ ਆਉਂਦਾ, ਪਰ ਉਹ ਜ਼ਿਆਦਾਤਰ ਕੱਛਾਂ 'ਚ ਜਾਂਘਾਂ 'ਚ ਆਉਂਦਾ ਆ, ਧੌਣ 'ਚ ਆਉਂਦਾ ਆ। ਪਰ ਇਹਦੇ ਜਦੋਂ ਕੈਂਸਰ ਵਰਗੀਆਂ ਗੱਲਾਂ ਹੁੰਦੀਆਂ ਨੇ ਉਦੋਂ ਸਾਰੇ ਸਰੀਰ ਤੇ ਰਾਤ ਨੂੰ ਸੌਣ ਸਮੇਂ ਪਸੀਨਾ ਆਉਂਦਾ ਆ। ਸੋ ਪਹਿਲੀ ਗੱਲ ਅਸੀਂ ਕੀਤੀ ਕਿ ਭਾਰ ਅਨਕੰਡੀਸ਼ਨਲ ਘਟਣਾ ਸ਼ੁਰੂ ਹੋ ਜਾਂਦਾ ਹੈ। ਸਾਰਾ ਕੁਝ ਨਾਰਮਲ ਖਾਂਦਿਆਂ ਪੀਂਦਿਆਂ ਭਾਰ ਘਟਣਾ ਸ਼ੁਰੂ ਹੋ ਗਿਆ, ਕੋਈ ਕਾਰਨ ਨਹੀਂ ਲੱਭਦਾ ਸਾਨੂੰ। ਉਸ ਤੋਂ ਬਾਅਦ ਇਸ ਹੀ ਕੰਡੀਸ਼ਨ ਦੇ ਨਾਲ ਜਦੋਂ ਇਹ ਇਨਫਲਾਮੇਸ਼ਨ ਤੋਂ ਅੱਗੇ ਵਧੀ ਹੈ, ਜਦੋਂ ਇਹ ਅੰਦਰ ਮੂੰਹ ਦੇ ਵਿੱਚ ਸੋਜ ਹੋਣ ਤੋਂ ਬਾਅਦ, ਗਿਲਟੀ ਹੋਣ ਤੋਂ ਬਾਅਦ ਅੰਦਰ ਵਧੀ ਹੈ, ਉਹਦੇ ਨਾਲ ਬੁਖਾਰ ਹੋਣਾ ਲਾਜ਼ਮੀ ਹੈ ਕਿ ਉਹਦੇ ਨਾਲ ਬੁਖਾਰ ਹੋ ਜਾਏਗਾ। ਉਸ ਤੋਂ ਬਾਅਦ ਠੀਕ ਠਾਕ ਹੈ ਬੰਦਾ, ਕੋਈ ਐਸੀ ਗੱਲ ਨਹੀਂ ਹੈਗੀ, ਕੰਮਕਾਰ ਵੀ ਕਰਕੇ ਆਉਂਦਾ, ਜੌਬ ਵੀ ਆਪਣੀ ਕਰਕੇ ਆਉਂਦਾ ਹੈ, ਪਰ ਜਦੋਂ ਉਹ ਖੜਾ ਹੁੰਦਾ ਉਦੋਂ ਚੱਕਰ ਆਉਂਦੇ ਆ। ਜਦੋਂ ਉਹ ਖੜਾ ਹੁੰਦਾ, ਤੁਰਦਾ ਆ, ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਹਾਲਾਤ ਕੋਈ ਗੱਲ ਨਹੀਂ, ਸਾਰੀ ਕੋਈ ਇਸ ਤਰ੍ਹਾਂ ਦੀ ਚੀਜ਼ ਦਿਸਦੀ ਨਹੀਂ ਵੀ ਖਾਣ ਪੀਣ ਹੈਗਾ ਉਹਦਾ ਠੀਕ ਹੈ, ਪਰ ਜੇ ਇਸ ਦੇ ਨਾਲ ਚੱਕਰਾਂ ਦੇ ਨਾਲ ਭਾਰ ਵੀ ਘਟ ਗਿਆ ਔਰ ਉਸ ਨੂੰ ਫੀਵਰ ਵੀ ਹੋ ਗਿਆ, ਰਾਤ ਨੂੰ ਫੀਵਰ ਹੋ ਜਾਂਦਾ ਹੈ, ਸਵੇਰੇ ਫਿਰ ਕੰਮ ਤੇ ਚਲਾ ਜਾਂਦਾ ਹੈ, ਪਸੀਨਾ ਵੀ ਰਾਤ ਨੂੰ ਬੜਾ ਆਉਂਦਾ ਆ, ਬਦਬੂ ਵੀ ਉਹਦੇ ਕੋਲੋਂ ਆਉਂਦੀ ਹੈ, ਉਹਦੇ ਪਸੀਨੇ ਦੇ ਵਿੱਚੋਂ ਬਦਬੂ ਵੀ ਆਉਂਦੀ ਹੈ, ਔਰ
ਉਸ ਤੋਂ ਬਾਅਦ ਉਹਦੇ ਮੂੰਹ ਦੇ ਵਿੱਚੋਂ ਬਲੀਡਿੰਗ ਵੀ ਆਉਂਦੀ ਹੈ। ਖੂਨ ਜਦੋਂ ਮੂੰਹ ਸਾਫ਼ ਕਰਦਾ ਹੈ ਜਾਂ ਕਰੂਲੀ ਕਰਦਾ ਹੈ ਜਾਂ ਕੋਈ ਚੀਜ਼ ਖਾਣੀ ਸ਼ੁਰੂ ਕਰਦਾ ਹੈ ਤੇ ਬਲੀਡਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਨਿਸ਼ਾਨੀਆਂ ਕੈਂਸਰ ਦੀਆਂ ਹਨ। ਔਰ ਜੇ ਕੋਈ ਉਲਟੀ ਕਰਦਾ ਹੈ ਤੇ ਉਹਦੇ ਵਿੱਚ ਵੀ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਇਸ ਤੋਂ ਇਲਾਵਾ ਕੁਝ ਹੋਰ ਨਿਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਆਮ ਤੌਰ ਤੇ ਇਹ ਸਾਰੀਆਂ ਨਿਸ਼ਾਨੀ ਜਿੰਨੀਆਂ ਹੁਣ ਮੈਂ ਦੱਸੀਆਂ ਨੇ, ਭਾਰ ਜਿਹਾ ਘਟ ਗਿਆ, ਬੁਖਾਰ ਹੋਣਾ ਸ਼ੁਰੂ ਹੋ ਗਿਆ, ਪਸੀਨਾ ਆਉਣਾ ਸ਼ੁਰੂ ਹੋ ਗਿਆ, ਇਹਦੇ ਤੋਂ ਵੀ ਪਹਿਲਾਂ ਜਿਹੜੀ ਪ੍ਰੀਲਿਮਿਨਰੀ ਨਿਸ਼ਾਨੀ ਸ਼ੁਰੂ ਹੁੰਦੀ ਹੈ ਉਹ ਕੀ ਹੈ? ਕੈਚੈਕਸੀਆ ਤੇ ਐਨੋਰੈਕਸੀਆ। ਵੀ ਭਾਈ ਖਾਧਾ ਕੁਛ ਨਹੀਂ, ਜੀ ਕੱਚਾ ਫਿਰ ਵੀ ਹੋਈ ਜਾਂਦਾ, ਜਿਵੇਂ ਉਲਟੀ ਆਊਗੀ, ਇਹਨੂੰ ਕੈਚੈਕਸੀਆ ਕਹਿੰਦੇ ਆ। ਐਨੋਰੈਕਸੀਆ ਕਿ ਖਾਣ ਨੂੰ ਮਨ ਹੀ ਨਹੀਂ ਕਰਦਾ ਪਰ ਉਲਟੀ ਆਉਣ ਨੂੰ ਜੀ ਕਰਦਾ ਆ। ਔਰ ਇਹ ਗੱਲ ਅੱਜ ਤਾਂ ਚਲੋ ਤੁਸੀਂ ਸੋਚ ਲਿਆ ਵੀ ਸ਼ਾਇਦ ਕੁਝ ਖਾ ਲਿਆ ਹੋਵੇਗਾ ਮਾੜਾ ਮੋਟਾ ਇਸ ਤਰ੍ਹਾਂ ਦਾ ਤੇ ਇਸ ਕਰਕੇ ਹੋ ਗਿਆ ਹੋਵੇਗਾ, ਪਰ ਕੱਲ ਨੂੰ ਤੁਸੀਂ ਪਰਹੇਜ਼ ਰੱਖ ਕੇ ਫਿਰ ਵੀ ਵੇਖ ਲੈਂਦੇ ਹੋ ਤੇ ਨਹੀਂ, ਕੈਚੈਕਸੀਆ ਫੇਰ ਵੀ ਹੈ। ਐਡੀਸ਼ਨਲ ਤੌਰ ਤੇ ਜਿਵੇਂ ਬੀਬੀ ਹੁਣ ਪ੍ਰੈਗਨੈਂਟ ਹੈਗੀ, ਜੇ ਉਹਨੂੰ ਕੈਚੈਕਸੀਆ ਹੋ ਰਿਹਾ ਤਾਂ ਸਾਨੂੰ ਪਤਾ ਹੀ ਹੈ ਕਿ ਪ੍ਰੈਗਨੈਂਸੀ ਦੇ ਕਰਕੇ ਹੋ ਰਿਹਾ। ਕੁਝ ਜ਼ਿਆਦਾ ਖਾ ਲਿਆ ਕਿਸੇ ਤਰ੍ਹਾਂ ਦਾ ਤੇ ਉਹਦੇ ਕਰਕੇ ਸਾਨੂੰ ਕੈਚੈਕਸੀਆ ਜਾਂ ਜੀ ਕੱਚਾ ਹੋ ਰਿਹਾ, ਤੇ ਸਾਨੂੰ ਪਤਾ ਹੀ ਹੈ ਕਾਰਨ ਦਾ ਕਿ ਐਸੇ ਕਰਕੇ ਹੋ ਰਿਹਾ। ਪਰ ਜੇ ਕਾਰਨ ਇਹ ਹੋਵੇ ਕਿ ਵੀ ਬੰਦਾ ਕਹਿੰਦਾ ਯਾਰ ਕੁਛ ਦਿਨਾਂ ਤੋਂ ਮੈਨੂੰ ਭੁੱਖ ਨਹੀਂ ਲੱਗਦੀ ਪਰ ਜੀ ਕੱਚਾ ਹੋ ਰਿਹਾ, ਤਾਂ ਇਸ ਗੱਲ ਨੂੰ ਸਧਾਰਨ ਨਾ ਸਮਝੋ। ਪਹਿਲੇ ਸਟੈਪ ਤੇ ਅਸੀਂ ਸਮਝਦੇ ਹਾਂ ਐਸਿਡਿਟੀ ਹੋ ਗਈ ਹੈ, ਇੰਡਾਈਜੇਸ਼ਨ, ਬਦਹਜ਼ਮੀ ਹੋ ਗਈ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ, ਜਦੋਂ ਉਹਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਦੋਂ ਉਹਦੇ ਉਪਰਾਲੇ ਕਰਾਂਗੇ, ਉਹ ਉਹਨਾਂ ਸਧਾਰਨ ਉਪਰਾਲਿਆਂ ਦੇ ਨਾਲ ਠੀਕ ਨਹੀਂ ਹੋਣੀਆਂ। ਕਿਉਂਕਿ ਟਿਸ਼ੂ ਦੇ ਵਿੱਚ ਚੇਂਜ ਇਸ ਤਰ੍ਹਾਂ ਦੀ ਆ ਗਈ ਹੈ ਜਿਹੜੀ ਕਿ ਇਹਨਾਂ ਸਧਾਰਨ ਉਪਰਾਲਿਆਂ ਦੀ ਗ੍ਰਿਫਤ ਵਿੱਚ ਆਉਣ ਵਾਲੀ ਨਹੀਂ, ਇਹਨਾਂ ਦੇ ਕਬਜ਼ੇ 'ਚ ਆਉਣ ਵਾਲੀ ਨਹੀਂ। ਕਿਉਂਕਿ ਕੈਂਸਰ ਹੈ ਹੀ ਇਸ ਚੀਜ਼ ਦਾ ਨਾਂ ਆ ਜਦੋਂ ਕੋਈ ਵੀ ਟਿਸ਼ੂ ਕਿਸੇ ਇਰਰਿਵਰਸੀਬਲ ਕੰਡੀਸ਼ਨ ਵਿੱਚ ਪਹੁੰਚ ਜਾਣ, ਜਿੱਥੋਂ ਅਸੀਂ ਵਾਪਸ ਨਹੀਂ ਆ ਸਕਦੇ। ਹੁਣ ਤੁਸੀਂ ਇੰਨੇ ਅੱਗੇ ਲੰਘ ਗਏ ਹਾਂ ਕਿ ਹੁਣ ਅਸੀਂ ਵਾਪਸ ਨਹੀਂ ਆ ਗਏ, ਹਾਲਾਤ ਬਦਲ ਗਏ ਆ ਸਾਡੇ। ਔਰ ਪ੍ਰੇਮੀ ਜੋੜੇ ਵਿਚਾਰੇ ਜਾ ਕੇ ਉੱਥੇ ਰੇਲ ਦੀਆਂ ਪਟੜੀਆਂ ਤੇ ਸਿਰ ਦੇ ਦਿੰਦੇ ਤੇ ਮਰ ਜਾਂਦੇ ਨੇ, ਸਮਝਦੇ ਆ ਵੀ ਹੁਣ ਸਾਡੇ ਵੱਸ ਦੀ ਗੱਲ ਨਹੀਂ ਰਹੀ। ਸਰੀਰ ਦੇ ਵਿੱਚ ਬਿਮਾਰੀਆਂ ਦੇ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਆ ਜਾਵੇ ਕਿ ਹੁਣ ਸਾਡੇ ਵੱਸ ਦੀ ਗੱਲ ਨਹੀਂ ਰਹੀ, ਅਸੀਂ ਸਾਰੇ ਪਰਹੇਜ਼ ਕਰਕੇ ਵੇਖ ਲਏ, ਅਸੀਂ ਸਾਰਾ ਪ੍ਰਬੰਧ ਕਰਕੇ ਵੇਖ ਲਿਆ, ਖੁਰਾਕ ਛੱਡ ਕੇ ਵੇਖ ਲਈ, ਖੁਰਾਕ ਸਹੀ ਡਾਕਟਰ ਦੀ ਡਾਇਰੈਕਸ਼ਨ ਦੇ ਮੁਤਾਬਕ ਖਾ ਕੇ ਵੇਖ ਲਈ, ਬਾਵਜੂਦ ਇਸ ਦੇ ਵੀ ਕੈਚੈਕਸੀਆ ਹੋ ਰਿਹਾ, ਜੀ ਕੱਚਾ ਹੋ ਰਿਹਾ। ਔਰ ਇਸ ਦੀਆਂ ਨਿਸ਼ਾਨੀਆਂ ਨੂੰ ਸਧਾਰਨ ਸਮਝਣ ਦੀ ਲੋੜ ਨਹੀਂ। ਐਸਿਡਿਟੀ ਵਗੈਰਾ ਜੇ ਵੀ ਕੁਛ ਹੁੰਦੀ ਹੈ ਉਹਨੂੰ ਇੱਕੇ ਵਾਰ ਸਧਾਰਨ ਨਾ ਸਮਝ ਲਓ, ਕਿਉਂਕਿ ਲਗਾਤਾਰ ਅਗਰ ਐਸਿਡਿਟੀ ਅਗਰ ਸਟੋਮਕ 'ਚ ਬਣਦੀ ਰਹੀ, ਮਿਹਦੇ 'ਚ ਬਣਦੀ ਰਹੀ, ਤੇ ਉਹਦੇ ਨਾਲ ਵੀ ਜਿਹੜੇ ਉਹ ਜ਼ਖਮ ਨੇ, ਲਗਾਤਾਰ ਅਗਰ ਤੁਸੀਂ ਕਿਸੇ ਜ਼ਖਮ ਨੂੰ ਛਿੱਲੀ ਜਾਓ ਨਾ ਤੇ ਉਹ ਛੇਤੀ ਠੀਕ ਨਹੀਂ ਹੁੰਦਾ। ਇਸੇ ਤਰ੍ਹਾਂ ਦਾ ਹਾਲਾਤ ਬਣਦਾ ਹੈ ਮੂੰਹ ਦੇ ਵਿੱਚ, ਮਿਹਦੇ ਦੇ ਵਿੱਚ, ਕਿ ਮੂੰਹ ਲਗਾਤਾਰ ਹਿਲਦਾ ਆ, ਮਿਹਦੇ ਦੇ ਵਿੱਚ ਲਗਾਤਾਰ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਆ। ਉਹ ਜ਼ਖਮ ਤੁਹਾਡੇ ਜਿਹੜੇ ਨੇ ਠੀਕ ਹੋਣ ਵਿੱਚ ਆਉਂਦੇ ਹੀ ਨਹੀਂ। ਔਰ ਅਲਟੀਮੇਟ ਸਟੇਜ ਇਹ ਆ ਜਾਂਦੀ ਜਿਹਦੀ ਗੱਲ ਮੈਂ ਕਰ ਰਿਹਾ ਕਿ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ। ਉਸ ਤੋਂ ਬਾਅਦ ਕੈਂਸਰ ਦੀਆਂ ਜਿਹੜੀਆਂ ਬਾਕੀ ਹੋਰ ਨਿਸ਼ਾਨੀਆਂ ਹਨ, ਮੈਂ ਅਗਰ ਥੋੜੇ ਲਫ਼ਜ਼ਾਂ 'ਚ ਤੁਹਾਨੂੰ ਦੱਸਣਾ ਚਾਹਾਂ ਵੀ ਆਪਾਂ ਸਿਰ ਤੋਂ ਸ਼ੁਰੂ ਕਰ ਲਈਏ। ਸਿਰ ਦੇ ਵਿੱਚ ਪਹਿਲੀ ਗੱਲ ਮੈਂ ਇਹ ਕੈਂਸਰ ਦੀਆਂ ਇਹਨਾਂ ਨਿਸ਼ਾਨੀਆਂ, ਹਾਲਾਂਕਿ ਗੱਲ ਆਪਾਂ ਮੂੰਹ ਦੀ ਕਰ ਰਹੇ ਹਾਂ, ਪਰ ਮੈਂ ਇਹ ਜਿਹੜੇ ਕਾਰਡੀਨਲ ਸਾਈਨ ਨੇ ਇਹ ਤਕਰੀਬਨ ਹਰੇਕ ਕੈਂਸਰ ਦੀ ਬਿਮਾਰੀ ਵਿੱਚ ਇਸ ਤਰ੍ਹਾਂ ਨਾਲ ਸ਼ਾਮਲ ਹੋ ਹੀ ਜਾਂਦੇ ਨੇ। ਜਿਵੇਂ ਲਿੰਫ ਨੋਡ ਦੀ ਗੱਲ ਆ, ਉਹ ਸਾਰੇ ਕੈਂਸਰ ਦੇ ਕੇਸਾਂ ਵਿੱਚ ਸ਼ਾਮਲ ਹੋ ਹੀ ਜਾਂਦੀ ਹੈ। ਔਰ ਇਸ ਕਰਕੇ ਮੈਂ ਇਹਨਾਂ ਨੂੰ ਸਿਲਸਿਲੇਵਾਰ ਤੁਹਾਡੇ ਨਾਲ ਸਾਹਮਣਾ ਜਿਹੜਾ ਕਰਨਾ ਚਾਹੁੰਦਾ ਬਈ, ਇੱਕ ਤਾਂ ਨਾਈਟ ਸਵੈਟਸ ਹੋ ਗਏ, ਰਾਤ ਨੂੰ ਪਸੀਨੇ ਆਉਣੇ ਸ਼ੁਰੂ ਹੋ ਗਏ। ਦੂਸਰਾ ਚੱਕਰ ਆਉਣੇ ਸ਼ੁਰੂ ਹੋ ਗਏ। ਤੀਸਰਾ ਕਿਸੇ ਵੀ ਥਾਂ ਤੋਂ ਬਿਨਾਂ ਮਤਲਬ ਤੋਂ ਖੂਨ ਆਉਣਾ ਸ਼ੁਰੂ ਹੋ ਜਾਣਾ। ਵੀ ਮੂੰਹ 'ਚ ਕੋਈ ਜ਼ਖਮ ਤਾਂ ਦਿਸਦਾ ਨਹੀਂਗਾ ਇਸ ਵੇਲੇ ਮੈਨੂੰ, ਪਰ ਮੂੰਹ ਮੇਰਾ ਸਾਫ਼ ਹੈ, ਫਿਰ ਵੀ ਬਲੀਡਿੰਗ ਆਉਣੀ ਸ਼ੁਰੂ ਹੋ ਗਈ। ਜਾਂ ਕਿਸੇ ਹੋਰ ਰੰਗ ਦੇ ਵਿੱਚੋਂ, ਜਾਂ ਕੋਈ ਐਸਾ ਟਿਊਮਰ ਸੀ ਜਿਹੜੀ ਗਿਲਟੀ ਸੀ ਇੱਕ ਬਣੀ ਹੋਈ ਗੱਲ ਦੇ ਵਿੱਚ, ਉਹ ਗੱਲ ਦੇ ਵਿੱਚ ਜਿਹੜੀ ਗਿਲਟੀ ਸੀ ਉਹ ਠੀਕ ਨਹੀਂ ਹੋਈ ਤੇ ਹੁਣ ਉਹਦੇ 'ਚ ਖੂਨ ਆਉਣਾ ਸ਼ੁਰੂ ਹੋ ਗਿਆ। ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਨੇ, ਮੋਲ ਲੰਪ ਜਿਹੜਾ ਆ ਗਿਆ, ਟਿਊਮਰ ਆ ਗਿਆ, ਜਾਂ ਜਿਹਨੂੰ ਮੌਕਾ ਕਹਿੰਦੇ ਹੋ ਤੁਸੀਂ, ਮੌਕਾ ਹੋ ਗਿਆ। ਔਰ ਉਹ ਅਗਰ ਇਸ ਤਰ੍ਹਾਂ ਦੇ ਚੇਂਜਸ ਵਿੱਚ ਆ ਜਾਣ ਕਿ ਉਹਨਾਂ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਜਾਵੇ ਤੇ ਉਹਨਾਂ ਦੇ ਨਾਲ ਦਰਦ ਹੋਣੀ ਸ਼ੁਰੂ ਹੋ ਜਾਵੇ, ਤੁਸੀਂ ਸਮਝੋ ਇਹ ਕੈਂਸਰ ਦੀਆਂ ਨਿਸ਼ਾਨੀਆਂ ਨੇ। ਔਰ ਚਮੜੀ ਦਾ ਰੰਗ ਲਾਲ ਨਹੀਂ, ਕਣਕ ਵਿੰਨਾ ਵੀ ਨਹੀਂ, ਪੀਲਾ ਹੋਣਾ ਸ਼ੁਰੂ ਹੋ ਜਾਵੇ
ਤਾਂ ਤੁਸੀਂ ਸਮਝੋ ਇਹ ਕੈਂਸਰ ਦੀਆਂ ਨਿਸ਼ਾਨੀਆਂ ਹਨ। ਔਰ ਇਸੇ ਤਰ੍ਹਾਂ ਹੀ ਮੂੰਹ ਤੋਂ ਬਾਅਦ ਖਾਂਸੀ ਆਉਣੀ ਸ਼ੁਰੂ ਹੋ ਗਈ ਹੈ। ਖਾਂਸੀ ਦਾ ਇੱਕ ਨਾਰਮਲ ਸਮਾਂ ਹੈ ਕਿ ਜੇ ਤਾਂ ਲੋਕਲ ਇਨਫਲੇਮੇਸ਼ਨ ਦੇ ਕਰਕੇ ਹੈ ਤੇ ਤੁਹਾਨੂੰ ਪਤਾ ਹੈ ਕਿ 3 ਵੀਕ 'ਚ ਇਹਨੂੰ ਕਵਰ ਹੋ ਜਾਣਾ ਚਾਹੀਦਾ। ਜੇ ਇਹ ਖਾਂਸੀ ਫੇਫੜਿਆਂ ਦੇ ਕਰਕੇ ਹੈਗੀ ਹੈ ਤੇ ਅਸੀਂ ਸਮਝਦੇ ਆ ਵੀ ਨਮੂਨੀਆ ਦਾ ਵੀ ਇੱਕ ਲਿਮਟਡ ਟਾਈਮ ਹੈਗਾ, 3 ਮਹੀਨੇ ਦਾ ਉਹਨੇ ਕਵਰ ਹੋ ਜਾਣਾ ਚਾਹੀਦਾ ਹੈ। ਜੇ ਸਾਡਾ ਡਾਇਗਨੋਸਿਸ ਉੱਥੋਂ ਤੱਕ ਪਹੁੰਚ ਗਿਆ ਕਿ ਇਹ ਐਸਿਡ ਫਾਸਟ ਬੈਸੀਲਸ ਹੈਗਾ, ਭਾਵ ਟਿਊਬਰਕਲੋਸਿਸ ਹੈਗਾ ਆ, ਤੇ ਫਿਰ ਸਾਨੂੰ ਪਤਾ ਕਿ ਉਹਦਾ ਟ੍ਰੀਟਮੈਂਟ ਸਾਡੇ ਕੋਲ ਇਸ ਤਰ੍ਹਾਂ ਦਾ ਤਾਂ ਅਸੀਂ ਇੰਨਾ ਸਮਾਂ ਲੱਗੇਗਾ ਉਹਨੂੰ। ਪਰ ਜਦੋਂ ਤੁਹਾਡੀਆਂ ਇਹ ਸਾਰੀਆਂ ਕੰਡੀਸ਼ਨਾਂ ਰੂਲ ਆਊਟ ਹੋ ਗਈਆਂ, ਭਈ ਨਹੀਂ ਇਹਨੂੰ ਨਮੂਨੀਆ ਵੀ ਨਹੀਂ ਹੈਗਾ, ਨਹੀਂ ਇਹਨੂੰ ਟੀਬੀ ਵਾਲਾ ਬੈਸੀਲਸ ਵੀ ਸਾਨੂੰ ਫਾਈਂਡ ਆਊਟ ਨਹੀਂ ਹੋ ਰਹੇ, ਬਾਵਜੂਦ ਇਸ ਦੇ ਵੀ ਖੂਨ ਦੀ ਉਲਟੀ ਆਉਂਦੀ ਹੈ, ਤਾਂ ਇਹ ਸਮਝੋ ਕਿ ਨਾਰਮਲ ਨਹੀਂ ਹੈ। ਖੰਘ ਦੇ ਨਾਲ ਖੂਨ ਦਾ ਆਉਣਾ ਹਮੇਸ਼ਾ ਇਹ ਸਧਾਰਨ ਨਹੀਂ ਹੁੰਦਾ। ਬੇਸ਼ੱਕ ਮਿਹਦੇ ਦੇ ਵਿੱਚੋਂ ਜਾਂ ਗਲੇ ਦੀ ਖਰਾਬੀ ਕਰਕੇ ਕਈ ਵਾਰ ਬਲਗਮ ਦੇ ਨਾਲ ਲੱਗ ਕੇ ਖੂਨ ਆ ਜਾਂਦਾ ਹੈ, ਪਰ ਜੇ ਉਹ ਚੀਜ਼ਾਂ ਨਾਰਮਲ ਹਾਲਾਤ ਵਿੱਚ ਠੀਕ ਹੋਣੀਆਂ ਚਾਹੀਦੀਆਂ ਨੇ, ਨਹੀਂ ਹੋਈਆਂ, ਤੇ ਫਿਰ ਇਹ ਸਧਾਰਨ ਨਹੀਂ ਹਨ। ਉਸ ਤੋਂ ਬਾਅਦ ਬ੍ਰੈਥਲੈਸਨੈਸ, ਠੀਕ ਠਾਕ ਹੈਗੇ ਹੋ, ਪਰ ਯਾਰ ਮੇਰਾ ਸਰੀਰ, ਮੈਂ ਤੁਰਦਾ ਹੈ ਤੇ ਸਾਹ ਚੜ੍ਹਨਾ ਸ਼ੁਰੂ ਹੋ ਗਿਆ, ਤੁਰਦਾ ਹੈ ਤੇ ਮੈਂ ਸਾਹ ਚੜ੍ਹਦਾ ਹੈਗਾ। ਜਵਾਨ ਬੰਦਾ ਆ, ਬੁੱਢਾ ਤੇ ਮੇਰੇ ਵਰਗਾ ਕਹੇ ਬਈ ਤੁਰਦਿਆਂ ਸਾਹ ਚੜ੍ਹਦਾ ਹੈ ਤੇ ਸਮਝ ਆਉਂਦੀ ਹੈ ਗੱਲ ਵੀ ਭਾਈ ਹੁਣ એનર્ਜੀ ਇੰਨੀ ਨਹੀਂ ਰਹਿ ਗਈ। ਪਰ ਜੇ ਕੋਈ ਜਵਾਨ ਬੰਦਾ ਇਹ ਗੱਲ ਕਹੇ ਮੈਂ ਉੱਠਦਾ ਹੈ ਤੇ ਮੈਨੂੰ ਚੱਕਰ ਆਉਂਦੇ ਨੇ, ਮੈਂ ਤੁਰਦਾ ਹੈ ਤੇ ਮੈਨੂੰ ਸਾਹ ਚੜ੍ਹਦੇ ਆ, ਤੇ ਇਹ ਗੱਲਾਂ ਜਿਹੜੀਆਂ ਨੇ ਉਹ ਸੋਚਣ ਵਾਲੀਆਂ ਨੇ ਕਿ ਕੀ ਕੁਛ ਨਾ ਕੁਛ ਸਪੈਸ਼ਲ ਜਿਹੜਾ ਹੈਗਾ ਉਸ ਦਾ ਕਰਨ ਦੀ ਲੋੜ ਹੈਗੀ ਹੈ। ਉਸ ਤੋਂ ਬਾਅਦ ਕਿਸੇ ਵੀ ਅੰਗ ਦੇ ਵਿੱਚ ਉਹਦੀ ਸ਼ੇਪ, ਸਾਨੂੰ ਪਤਾ ਨਾ ਕਿ ਮੋਢੇ ਦੀ ਆ ਸ਼ੇਪ ਹੈ, ਸਾਨੂੰ ਪਤਾ ਕਿ ਨੱਕ ਦੀ ਸ਼ੇਪ ਆ ਹੈਗੀ ਹੈ, ਸਾਨੂੰ ਪਤਾ ਕਿ ਸਾਡੇ ਮੂੰਹ ਦੀ ਸ਼ੇਪ ਆ ਹੈਗੀ ਹੈ। ਜਦੋਂ ਅਨਕੰਡੀਸ਼ਨਲ ਕਿਸੇ ਅੰਗ ਦੀ ਸ਼ੇਪ ਬਦਲਣੀ ਸ਼ੁਰੂ ਹੋ ਜਾਵੇ, ਮੈਂ ਮਿਸਾਲ ਦੇ ਸਕਦਾ ਤੁਹਾਡੇ ਕੋਲ ਬ੍ਰੈਸਟ ਦੀ, ਕਿ ਅਗਰ ਬ੍ਰੈਸਟ ਦੀ ਇੱਕ ਸ਼ੇਪ ਹੈ, ਸਾਨੂੰ ਪਤਾ ਹੈ ਕਿ ਉਹ ਨਾਰਮਲ ਸ਼ੇਪ ਹੈਗੀ ਹੈ, ਔਰ ਮੈਂ ਆਮ ਤੌਰ ਤੇ ਆਪਣੀਆਂ ਬੀਬੀਆਂ ਭੈਣਾਂ ਬੱਚੀਆਂ ਨੂੰ ਇਹ ਦੱਸਦਾ ਹਾਂ ਕਿ ਜਦੋਂ ਤੁਸੀਂ ਰੋਜ਼ਾਨਾ ਨਹਾਉਣ ਜਾਂਦੇ ਹੋ, ਬਾਥਰੂਮ 'ਚ ਜਾਂਦੇ ਹੋ, ਸ਼ੀਸ਼ੇ ਦੇ ਸਾਹਮਣੇ ਖੜੇ ਹੁੰਦੇ ਹੋ, ਤੇ ਕਮ ਸੇ ਕਮ ਜੇ ਰੋਜ਼ ਨਹੀਂ ਤੇ ਹਫਤੇ ਪਿੱਛੋਂ ਆਪਣੀ ਛਾਤੀ ਨੂੰ ਇਸ ਤਰ੍ਹਾਂ ਚੈੱਕ ਕਰ ਲਓ। ਇੱਕ ਤਾਂ ਸਾਹਮਣੇ ਦੀ ਇਨਸਪੈਕਸ਼ਨ ਕਰ ਲਓ ਕਿ ਵੇਖੋ ਮੇਰੀਆਂ ਛਾਤੀਆਂ ਦੀ ਸ਼ੇਪ ਉਹੀ ਹੈ ਜਿਹੜੀ ਨਾਰਮਲ ਸੀ, ਉਹੀ ਹੈ। ਪ੍ਰੈਗਨੈਂਸੀ ਦੇ ਵਿੱਚ ਠੀਕ ਹੈ ਵੱਧ ਜਾਂਦੀ ਹੈ, ਪਰ ਫਿਰ ਵੀ ਉਹ ਰੈਗੂਲਰ ਸ਼ੇਪ ਰਹਿੰਦੀ ਹੈ। ਜਦੋਂ ਸ਼ੇਪ ਇਰਰੈਗੂਲਰ ਹੋ ਜਾਵੇ ਕਿਸੇ ਬ੍ਰੈਸਟ ਦੇ ਵਿੱਚ, ਕਿਸੇ ਇੱਕ ਪਾਸੇ ਨੂੰ ਵਧਣੀ ਸ਼ੁਰੂ ਹੋ ਜਾਵੇ, ਜਦੋਂ ਤੁਸੀਂ ਹੱਥਾਂ ਦੇ ਪ੍ਰੈਸ਼ਰ ਦੇ ਨਾਲ ਉਸ ਨੂੰ ਉੱਪਰ ਤੋਂ ਹੇਠਾਂ ਲਿਜਾਣਾ ਸ਼ੁਰੂ ਕਰੋ ਤੇ ਤੁਹਾਨੂੰ ਉਹ ਗਿਲਟੀ ਮਹਿਸੂਸ ਹੋਵੇ, ਉਦੋਂ ਜਦੋਂ ਤੁਹਾਨੂੰ ਇਹ ਲੱਗੇ ਕਿ ਉਹ ਗਿਲਟੀ ਗੋਲ ਨਹੀਂ ਹੈਗੀ, ਉਸ ਗਿਲਟੀ ਦੇ ਹਿਲਾਉਣ ਨਾਲ ਸਾਰੀ ਦੀ ਸਾਰੀ ਬ੍ਰੈਸਟ ਹਿਲਦੀ ਹੈ ਤੇ ਉਹ ਗਿਲਟੀ ਇਰਰੈਗੂਲਰ ਸ਼ੇਪ ਦੀ ਗੋਲ ਨਹੀਂ ਹੈਗੀ, ਤਾਂ ਸਮਝੋ ਉਹ ਕੈਂਸਰ ਦੀ ਨਿਸ਼ਾਨੀ ਹੈਗੀ। ਤੋ ਸਟਾਰਟਿੰਗ ਦੇ ਵਿੱਚ ਜਦੋਂ ਉਹਦਾ ਹੋਰ ਕੋਈ ਸਿੰਪਟਮ ਨਹੀਂ ਮਿਲ ਰਿਹਾ, ਕੋਈ ਹੋਰ ਗੱਲ ਨਹੀਂ ਆ ਰਹੀ ਜੀ ਸਾਡੇ ਸਾਹਮਣੇ, ਤੁਸੀਂ ਉਸ ਵੇਲੇ ਪਹਿਲੀਆਂ ਸਟੇਜਾਂ ਦੇ ਵਿੱਚ ਬ੍ਰੈਸਟ ਦੇ ਵਿੱਚ ਹੋ ਗਏ ਕੈਂਸਰ ਨੂੰ ਜਾਣ ਸਕਦੇ ਹੋ ਕਿ ਭਾਈ ਇਹ ਜਿਹੜੀ ਬ੍ਰੈਸਟ ਦੇ ਵਿੱਚ ਅਨਨੈਸੈਸਰੀ ਡਿਵੈਲਪਮੈਂਟ, ਬੇਲੋੜੀ ਜਿਹੜੀ ਵਾਧਾ ਹੋਇਆ ਆ, ਤੇ ਉਹ ਕਿਸੇ ਇੱਕ ਬ੍ਰੈਸਟ ਦੇ ਵਿੱਚ ਹੋਇਆ ਆ, ਔਰ ਉਹ ਹੋਇਆ ਕਿਸੇ ਇੱਕ ਸਾਈਡ ਤੇ ਹੋਇਆ ਆ, ਔਰ ਉਹ ਹੋਇਆ ਗੋਲ ਨਹੀਂ ਹੈ। ਜਦੋਂ ਉਹਨੂੰ ਤੁਸੀਂ ਹੱਥ 'ਚ ਫੜ ਕੇ ਵੇਖਦੇ ਹੋ ਤੇ ਉਹ ਗੋਲ ਨਹੀਂ ਲੱਗਦਾ ਤੁਹਾਨੂੰ, ਉਹ ਲੱਗਦਾ ਕਿ ਇਰਰੈਗੂਲਰ ਜੀ ਸ਼ੇਪ, ਵਿੰਗੀ ਟੇਢੀ ਉਹਦੀ ਸ਼ੇਪ ਹੈਗੀ ਹੈ, ਤਾਂ ਸਮਝੋ ਗੱਲ ਸਧਾਰਨ ਨਹੀਂ ਹੈਗੀ। ਇਸ ਨੂੰ ਸਮਝਣ ਦੀ ਲੋੜ ਹੈ। ਔਰ ਉਸ ਵੇਲੇ ਦੂਜੀਆਂ ਨਿਸ਼ਾਨੀਆਂ ਜਿਹੜੀਆਂ ਮੈਂ ਕਾਰਡੀਨਲ ਸਾਈਨ ਦੇ ਤੌਰ ਤੇ ਕਹਿ ਚੁੱਕਿਆ ਹਾਂ, ਉਹਨਾਂ ਨੂੰ ਨਾਲ ਯਾਦ ਰੱਖਣ ਦੀ ਲੋੜ ਆ ਕਿ ਭੁੱਖ ਦਾ ਕੀ ਹਾਲ ਹੈ, ਕਚਕਸੀਆ ਤਾਂ ਨਹੀਂ ਹੈਗਾ, ਜੀ ਕੱਚਾ ਤਾਂ ਨਹੀਂ ਹੁੰਦਾ, ਔਰ ਭਾਰ ਤਾਂ ਨਹੀਂ ਕੱਟਣਾ ਸ਼ੁਰੂ ਹੋ ਗਿਆ। ਇਹ ਸਾਰੀਆਂ ਗੱਲਾਂ ਨੂੰ ਤੁਸੀਂ ਨਾਲ ਲੈ ਕੇ ਚੱਲਣਾ ਹੈ। ਉਸ ਤੋਂ ਛਾਤੀ ਤੋਂ ਬਾਅਦ ਅਗਰ ਮੈਂ ਥੋੜਾ ਜਿਹਾ ਹੋਰ ਹੇਠਾਂ ਆ ਜਾਵਾਂ, ਪੇਟ ਦੇ ਵਿੱਚ ਆਮ ਤੌਰ ਤੇ ਅੰਤੜੀਆਂ ਦਾ ਕੈਂਸਰ ਜਿਹੜਾ ਉਹ ਹੋ ਜਾਂਦਾ ਹੈ। ਜਦੋਂ ਇਹ ਅੰਤੜੀਆਂ ਦਾ ਕੈਂਸਰ ਹੋ ਜਾਂਦਾ ਆ ਤੇ ਉਸ ਵੇਲੇ ਇਰਰੈਗੂਲਰ ਬਾਉਲ ਮੂਵਮੈਂਟਸ ਹੁੰਦੀਆਂ ਨੇ, ਟੱਟੀ ਦਾ ਵਾਰ-ਵਾਰ ਆਉਣਾ ਜਾਂ ਕਿਤੇ ਕਬਜ਼ ਹੋ ਜਾਣਾ, ਕਦੇ ਤੇ ਆਈ ਨਹੀਂ, 2-3 ਦਿਨ ਆਈ ਨਹੀਂ, ਤੇ ਕਦੇ ਆਈ ਹੈ ਤੇ ਲਗਾਤਾਰ ਹੀ ਸਾਰਾ ਦਿਨ ਹੀ ਆਈ ਜਾਂਦੀਆਂ ਨੇ। ਜਦੋਂ ਬਾਉਲ ਮੂਵਮੈਂਟਸ ਦੀ ਇਰਰੈਗੂਲਰਿਟੀ ਇਸ ਤਰ੍ਹਾਂ ਦੀ ਹੋ ਜਾਵੇ ਔਰ ਇਹ ਪੇਨਫੁਲ ਹੋਵੇ, ਪੇਨਫੁਲ ਦੇ ਨਾਲ ਇਹਦੇ ਵਿੱਚੋਂ ਬਲੀਡਿੰਗ ਆਣੀ ਸ਼ੁਰੂ ਹੋ ਜਾਵੇ, ਤੇ ਤੁਸੀਂ ਸਮਝੋ ਵੀ ਇਹ ਸਧਾਰਨ ਕੋਲਾਈਟਿਸ ਨਹੀਂ, ਇਹ ਸਧਾਰਨ ਪੇਟ ਦੀ ਦਰਦ ਨਹੀਂ, ਇਹ ਸਧਾਰਨ ਡਾਇਰੀਆ ਵੀ ਨਹੀਂ ਜਾਂ ਡੈਸੈਂਟਰੀ ਵੀ ਨਹੀਂ, ਇਹਦੇ ਪਿੱਛੇ ਕਾਰਨ ਹੋਰ ਨੇ, ਤੇ ਨਾਲ ਉਹਦੇ ਕਾਰਡੀਨਲ ਸਾਈਨ ਤੁਸੀਂ ਜਿਹੜੇ ਆ ਉਹ ਫਿਰ ਲਗਾ ਲੈਣੇ ਨੇ। ਉਸ ਤੋਂ ਥੱਲੇ
ਭੁੱਖ ਜਿਹੜੀ ਨਹੀਂ ਲੱਗਦੀ ਜਾਂ ਪੇਟ ਭਰਿਆ ਰਹਿੰਦਾ ਹਮੇਸ਼ਾ ਹੀ ਬਿਨਾਂ ਖਾਣ ਤੋਂ ਵੀ ਭਰਿਆ ਰਹਿੰਦਾ ਆ। ਤੇ ਜਦੋਂ ਤੁਸੀਂ ਹੱਥ ਨੂੰ ਪਲਪੇਟ, ਉਹਨੂੰ ਅਸੀਂ ਕਹਿੰਦੇ ਆ ਪਲਪੇਸ਼ਨ, ਇਨਸਪੈਕਸ਼ਨ ਤੋਂ ਬਾਅਦ ਦੂਸਰੀ ਸਟੇਜ ਹੁੰਦੀ ਪਲਪੇਸ਼ਨ ਦੀ। ਜਦੋਂ ਤੁਸੀਂ ਆਪਣੇ ਪੇਟ ਨੂੰ ਆਪ ਹੀ ਲੰਮੇ ਪੈ ਕੇ ਪਲਪੇਟ ਕਰਨ ਦੀ ਕੋਸ਼ਿਸ਼ ਕਰੋਗੇ ਤੇ ਕਿਸੇ ਥਾਂ ਤੇ ਤੁਹਾਨੂੰ ਐਂ ਲੱਗੇਗਾ ਕਿ ਚਲਦੇ ਚਲਦੇ ਜਿਵੇਂ ਕੋਈ ਹੋਰ ਟਿੱਬਾ ਆ ਗਿਆ ਅੰਦਰ, ਪੇਟ ਦੇ ਅੰਦਰ ਕੋਈ ਟਿੱਬਾ ਹੈ ਉੱਭਰਿਆ ਹੋਇਆ ਤੇ ਤੁਸੀਂ ਉਹਦੇ ਉੱਤੋਂ ਦੀ ਹੱਥ ਫੇਰ ਰਹੇ ਹੋ, ਔਰ ਉਹ ਵੀ ਇਰਰੈਗੂਲਰ ਹੈ। ਆਂਤੜੀਆਂ ਤੇ ਗੋਲ ਨੇ, ਸਾਫਟ ਨੇ, ਪਰ ਉਹ ਸਾਫਟ ਨਹੀਂ ਰਹੀਆਂ, ਉਹ ਇਰਰੈਗੂਲਰ ਹੋ ਗਈਆਂ, ਗੋਲ ਨਹੀਂ ਰਹੀਆਂ, ਇਰਰੈਗੂਲਰ ਹੋ ਗਈਆਂ। ਤੇ ਤੁਸੀਂ ਸਮਝੋ ਵੀ ਇਹ ਗੱਲ ਸਧਾਰਨ ਨਹੀਂ, ਇਹ ਟੇਕ ਕੇਅਰ ਕਰਨ ਵਾਲੀ ਗੱਲ ਹੈਗੀ ਹੈ। ਭੁੱਖ ਵੀ ਨਹੀਂ ਲੱਗ ਰਹੀ ਇਹਦੇ ਨਾਲ, ਭਾਰ ਵੀ ਇਹਦੇ ਨਾਲ ਘਟਣਾ ਸ਼ੁਰੂ ਹੋ ਗਿਆ, ਇਹ ਸਾਰੀਆਂ ਗੱਲਾਂ ਕੀ। ਉਸ ਤੋਂ ਅਸੀਂ ਆ ਗਏ ਲੋਅਰ ਪੋਰਸ਼ਨ ਦੇ ਵਿੱਚ। ਅਗਰ ਔਰਤ ਦੀ ਕੰਡੀਸ਼ਨ ਐਸੀ ਹੈਗੀ ਹੈ ਤਾਂ ਯੂਟਰਸ ਦੇ ਵਿੱਚ ਆਮ ਤੌਰ ਤੇ ਇਰਰੈਗੂਲਰ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਆਮ ਤੌਰ ਤੇ ਤਾਂ ਮੈਂਸਸ ਵੀ ਸਾਰੀਆਂ ਬੱਚੀਆਂ ਨੂੰ ਆਉਂਦੇ ਹੀ ਆ। ਜਿਹੜੇ ਨਾਰਮਲ ਤੌਰ ਤੇ ਬਲੀਡਿੰਗ ਆਉਣੀ ਹੈ 28 ਦਿਨ ਬਾਅਦ ਜਾਂ 22 ਤੋਂ 35 ਦਿਨ ਦੀ ਰੇਂਜ ਵਿੱਚ, ਜਿਹੜੇ ਰੈਗੂਲਰ ਬਲੀਡਿੰਗ ਹੁੰਦੀ ਹੈ ਇੱਕ ਫਿਕਸ ਟਾਈਮ ਤੇ ਹੁੰਦੀ ਹੈ, ਉਹਨੂੰ ਅਸੀਂ ਨਾਰਮਲ ਸਮਝਦੇ ਹਾਂ। ਪਰ ਜਦੋਂ ਇਹਦੇ ਵਿੱਚ ਇਰਰੈਗੂਲਰਿਟੀ ਆ ਜਾਵੇ, ਉਹ ਵੀ ਹਾਰਮੋਨਲ ਚੇਂਜ ਦੇ ਕਰਕੇ ਹੋ ਜਾਂਦੀ ਹੈ। ਪਰ ਜਦੋਂ ਇਰਰੈਗੂਲਰਿਟੀ ਇਸ ਤਰ੍ਹਾਂ ਹੋ ਗਈ ਕਿ ਇਨ ਬਿਟਵੀਨ ਮੈਂਸਸ ਆਣੇ ਸ਼ੁਰੂ ਹੋ ਜਾਣ, ਇਨ ਬਿਟਵੀਨ ਉਹਦੀ ਸਪੌਟਿੰਗ ਹੋਣੀ ਸ਼ੁਰੂ ਹੋ ਜਾਵੇ, ਔਰ ਖਾਸ ਤੌਰ ਤੇ ਜਦੋਂ ਸੈਕਸ ਕਰਨ ਸਮੇਂ ਖੂਨ ਆਵੇ, ਜਿਹੜੀ ਕਿ ਨਾਰਮਲ ਹਾਲਾਤ ਨਹੀਂ ਹੈ, ਜਦੋਂ ਸੈਕਸ ਕਰਨ ਸਮੇਂ ਖੂਨ ਆਵੇ ਤੇ ਤੁਸੀਂ ਸਮਝੋ ਵੀ ਇਹ ਸਧਾਰਨ ਨਹੀਂ ਹੈ। ਇਹਦਾ ਇਮੀਡੀਏਟਲੀ ਚੈੱਕਅਪ ਕਰਨ ਦੀ ਲੋੜ ਹੈ, ਇਹਨੂੰ ਵੇਖਣ ਦੀ ਲੋੜ ਹੈ ਕਿ ਇਹ ਕੈਂਸਰ ਹੋ ਸਕਦਾ ਆ, ਇਸ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਹੈਗੀ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਇਸ ਗੱਲ ਦਾ ਪਲਪੇਸ਼ਨ ਕਰਦੇ ਹੋ ਤੇ ਉਹੀ ਗੱਲਾਂ ਫਿਰ ਤੁਹਾਡੇ ਸਾਹਮਣੇ, ਤੁਹਾਡੇ ਹੱਥਾਂ ਨੂੰ, ਜਿਹੜੇ ਡਾਕਟਰ ਨੇ ਜਿਹੜੇ ਰੋਜ਼ ਇਹੋ ਜਿਹੀਆਂ ਗੱਲਾਂ ਵੇਖਦੇ ਨੇ, ਉਹਨਾਂ ਦੇ ਹੱਥ ਹੀ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਨੇ। ਜਿਵੇਂ ਤੁਸੀਂ ਸ਼ਿਕਾਰੀ ਵੇਖਦੇ ਹੋ ਨਾ, ਤੇ ਸ਼ਿਕਾਰੀ ਬਾਹਰ ਜਾਂਦੇ ਨੇ ਤੇ ਉਹ ਆਵਾਜ਼ ਸੁਣ ਕੇ ਵੇਖਦੇ ਨੇ ਵੀ ਆ ਬਟੇਰੇ ਦੀ ਆਵਾਜ਼ ਆ ਮੋਰ ਦੀ ਆਵਾਜ਼ ਆ। ਉਹ ਜਿਨ੍ਹਾਂ ਦਾ ਸ਼ਿਕਾਰ ਕਰਨਾ ਹੁੰਦਾ, ਉਹ ਦਿਮਾਗ 'ਚ ਉਹਨਾਂ ਦੇ ਜਿਹੜੀਆਂ ਆਵਾਜ਼ਾਂ ਭਰੀਆਂ ਹੁੰਦੀਆਂ ਨੇ। ਡਾਕਟਰਾਂ ਦੇ ਜਦੋਂ ਸਟੈਥੋਸਕੋਪ ਲਾਉਣੇ ਆ ਤੇ ਚੈਸਟ ਨੂੰ ਚੈੱਕ ਕਰਦੇ ਆ ਜਾਂ ਐਬਡੋਮਨ ਨੂੰ ਚੈੱਕ ਕਰਦੇ ਆ, ਤੇ ਉੱਥੋਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਸਾਡੇ ਦਿਮਾਗ 'ਚ ਫਿਕਸ ਹੁੰਦੀਆਂ ਨੇ ਕਿ ਨਾਰਮਲ ਆਵਾਜ਼ ਆ ਹੈਗੀ ਹੈ। ਇਸ ਤੋਂ ਬਦਲ ਕੇ ਜੇ ਫਲਾਣੀ ਬਿਮਾਰੀ ਹੋਵੇ ਤੇ ਇਹਦੀ ਆਵਾਜ਼ ਇਸ ਤਰ੍ਹਾਂ ਦੀ ਹੋਊਗੀ, ਜੇ ਫਲਾਣੀ ਬਿਮਾਰੀ ਹੋਊਗੀ ਤੇ ਇਸ ਤਰ੍ਹਾਂ ਦੀ ਹੋਊਗੀ। ਪੇਟ ਦੀ ਆਵਾਜ਼ ਜਿਹੜੀ ਹੈ ਬਾਰਬੋਰਿਗਮੀ ਜਿਹੜੀ ਹੈ ਉਹ ਨਾਰਮਲ ਆ, ਤੇ ਉਸ ਤੋਂ ਬਾਅਦ ਜਿਹੜੀ ਆਵਾਜ਼ ਜਿਹੜੀ ਉਹ ਵੇਖਾਂਗੇ ਉਹ ਜਿਹੜੀ ਹੈ ਉਹ ਨਾਰਮਲ ਨਹੀਂ ਹੈਗੀ। ਪਰ ਇਹਦੇ ਨਾਲ ਸ਼ੇਪ ਇਰਰੈਗੂਲਰ ਹੋ ਗਈ। ਖਾਸ ਤੌਰ ਤੇ ਖਿਆਲ ਰੱਖਣ ਦੀ ਲੋੜ ਕਿ ਉਹਦੀ ਸ਼ੇਪ ਜਿਹੜੀ ਹੈ ਇਰਰੈਗੂਲਰ ਹੋ ਗਈ। ਜਦੋਂ ਖਾਸ ਤੌਰ ਤੇ ਯੂਟਰਾਈਨ ਟਿਊਮਰ ਜਾਂ ਗਿਲਟੀ, ਭਾਵੇਂ ਫਾਈਬਰਾਇਡ ਹੀ ਹੋਵੇ ਜਾਂ ਕੈਂਸਰਸ ਹੋ ਰਿਹਾ ਹੈਗਾ, ਤੇ ਇਹਦੀਆਂ ਇਹ ਨਿਸ਼ਾਨੀਆਂ ਹੋਣਗੀਆਂ। ਔਰ ਉਹਦੇ ਨਾਲ ਇੰਗੁਆਇਨਲ ਲਿੰਫ ਨੋਡ ਅਸੀਂ ਇਹਨੂੰ ਕਹਿੰਦੇ ਹਾਂ, ਜਾਂਘਾਂ ਦੇ ਵਿੱਚ ਗਿਲਟੀਆਂ ਦਾ ਫੁੱਲ ਜਾਣਾ, ਇਹ ਸਭ ਤੋਂ ਪਹਿਲਾਂ ਸਧਾਰਨ ਗੱਲ ਹੁੰਦੀ ਹੈ, ਜਿਹੜੀ ਸਭ ਤੋਂ ਪਹਿਲੀ ਚੇਂਜ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਭੁੱਖ ਨਾ ਲੱਗਣਾ ਤੇ ਜਿਹੜੇ ਉਹ ਨਿਸ਼ਾਨੀਆਂ ਨੇ ਸਾਰੀਆਂ ਉਹਦੇ ਨਾਲ ਹੋਣਗੀਆਂ। ਉਸ ਤੋਂ ਬਾਅਦ ਆ ਗਈ ਬੰਦੇ ਦੀ ਗੱਲ, ਮਨੁੱਖ ਦੀ ਗੱਲ। ਮਨੁੱਖ ਦੇ ਵਿੱਚ ਪ੍ਰੋਸਟੇਟ ਇੱਕ ਐਸੀ ਗੱਲ ਹੈਗੀ ਆ, ਕਿਉਂਕਿ ਆਪਾਂ ਗੱਲ ਮੂੰਹ ਦੀ ਸੀ ਤੇ ਉਹਦੇ ਵਿੱਚ ਕੈਂਸਰ ਦੀਆਂ ਨਿਸ਼ਾਨੀਆਂ ਨੂੰ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਮੂੰਹ ਦੇ ਵਿੱਚ ਵੀ ਕੈਂਸਰ ਹੋਵੇ, ਉਹਦੀਆਂ ਨਿਸ਼ਾਨੀਆਂ ਜਿਹੜੀਆਂ ਪੂਰੇ ਸਰੀਰ ਦੇ ਵਿੱਚ ਜੇ ਪਰਸਿਸਟ ਕਰਨ, ਜਾਂ ਕੈਂਸਰ ਕਿਸੇ ਹੋਰ ਥਾਂ ਦਾ ਵੀ ਹੋਵੇ, ਤੇ ਉਹਦੇ ਵਿੱਚ ਇਹ ਜਿਹੜੇ ਕਾਰਡੀਨਲ ਸਾਈਨਸ ਨੇ ਉਹ ਸਾਰਿਆਂ ਦੇ ਵਿੱਚ ਸ਼ਾਮਲ ਹੋਣਗੇ। ਇਹ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣ ਵਾਲੀ ਗੱਲ ਹੈਗੀ ਹੈ ਕਿ ਅੱਜ ਦੇ ਹਾਲਾਤ ਵਿੱਚ ਜਿਹੜੀ ਅੱਜ ਦੀ ਸਾਡੀ ਫੂਡ ਕੁਆਲਿਟੀ ਹੈਗੀ ਹੈ, ਪ੍ਰੀਜ਼ਰਵਡ ਫੂਡ ਦੀ ਕੁਆਲਿਟੀ ਹੈਗੀ ਹੈ, ਜਾਂ ਹਰ ਚੀਜ਼ ਹੀ ਪ੍ਰੀਜ਼ਰਵ ਆ ਰਹੀ ਹੈ, ਉਹਦੇ ਵਿੱਚ ਪ੍ਰੀਜ਼ਰਵੇਟਰ ਪਾਇਆ ਜਾ ਰਿਹਾ ਹੈ, ਉਹ ਪ੍ਰੀਜ਼ਰਵੇਟਰ ਦੀ ਇੱਕ ਕਨਸੈਂਟ੍ਰੇਸ਼ਨ ਸਾਡੇ ਬਲੱਡ ਦੇ ਵਿੱਚ ਬਣਨੀ ਸ਼ੁਰੂ ਹੋ ਗਈ ਹੈ। ਔਰ ਅਲਟੀਮੇਟ ਇੱਕ ਲਿਮਟ ਐਸੀ ਆਉਂਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ 100 ਡਿਗਰੀ ਤੇ ਸੈਂਟੀਗ੍ਰੇਡ ਤੇ ਪਾਣੀ ਉਬਲ ਗਿਆ। ਜਦੋਂ ਤੱਕ 98 ਰਿਹਾ ਤਾਂ ਅੱਗੇ ਨਹੀਂ, ਪਾਣੀ ਤਾਂ ਨਹੀਂ ਉਬਲਿਆ ਪਰ ਗਰਮੀ ਤੇ ਹੈਗੀ ਹੈ ਨਾ। ਇਸ ਤਰ੍ਹਾਂ ਦੇ ਸਿੰਪਟਮ ਸਾਡੇ ਵਿੱਚ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਭਾਵ ਕੀ ਆ ਵੀ ਉਸ ਕੈਂਸਰ ਦੀਆਂ ਸਟੇਜਾਂ ਦੇ ਵਿੱਚ। ਤੇ ਜਦੋਂ ਆਦਮੀ ਦੀ ਗੱਲ ਕਰਦੇ ਹਾਂ ਅਸੀਂ, ਤੇ ਉਦੋਂ ਪ੍ਰੋਸਟੇਟ ਸਾਡੇ ਸਾਹਮਣੇ ਆ ਜਾਂਦਾ ਹੈ। ਬਰਨਿੰਗ ਯੂਰੀਨੇਸ਼ਨ, ਬਲੀਡਿੰਗ ਵਿਦ ਯੂਰੀਨੇਸ਼ਨ, ਪਿਸ਼ਾਬ ਕਰਨ ਸਮੇਂ ਖੂਨ ਦਾ ਆਉਣਾ, ਪਿਸ਼ਾਬ ਕਰਨ ਸਮੇਂ ਜਲਨ ਹੋਣੀ, ਔਰ ਪਿਸ਼ਾਬ ਕਰਨ ਸਮੇਂ ਰੁਕਣਾ। ਕਿ ਹਾਜਤ ਹੋਈ ਹੈ, ਤੁਸੀਂ ਗਏ ਹੋ ਤੇ ਜ਼ੋਰ ਲਗਾਉਂਦੇ ਹੋ, ਪਿਸ਼ਾਬ ਆ ਨਹੀਂ ਰਿਹਾ, ਫਿਰ ਜ਼ੋਰ ਲਗਾ ਕੇ ਕਰਿਆ, ਉਸ ਤੋਂ ਬਾਅਦ ਫਿਰ ਰੁਕ ਗਿਆ, ਉਸ ਤੋਂ ਬਾਅਦ ਫਿਰ ਆਉਣਾ ਸ਼ੁਰੂ ਹੋ ਗਿਆ, ਤੁਸੀਂ ਉੱਠ ਕੇ ਆ ਗਏ ਤੇ ਫਿਰ ਲੱਗਿਆ ਨਹੀਂ ਪਿਸ਼ਾਬ ਤੇ ਅਜੇ ਪੂਰਾ ਨਹੀਂ ਆਇਆ ਤੇ ਮੈਂ ਫਿਰ ਜਾਣਾ ਹੈਗਾ। ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਡ੍ਰਿਬਲਿੰਗ, ਬੂੰਦ ਬੂੰਦ ਪਿਸ਼ਾਬ ਦਾ ਵਗਣਾ। ਇਹ ਸਾਰੀਆਂ ਜਿਹੜੀਆਂ ਕੰਡੀਸ਼ਨਾਂ ਨੇ ਇਨੀਸ਼ੀਅਲ ਸਟੇਜ ਵਿੱਚ ਨਾਰਮਲ ਨੇ। ਪ੍ਰੋਸਟੇਟ ਆਮ ਤੌਰ ਤੇ ਜਿਹੜੇ ਸਾਡੀ ਉਮਰ ਦੇ ਬੰਦੇ ਆ, ਉਹਨਾਂ ਦੀ ਰੇਂਜ ਜਿਹੜੀ ਹੈ ਉਹ ਵੱਧ ਜਾਂਦੀ ਹੈ। ਉਹਨਾਂ ਦਾ ਸਾਈਜ਼ ਜਿਹੜਾ ਆ 40 mm 40 ਮਿਲੀਮੀਟਰ ਤੱਕ ਦਾ ਉਹਦਾ ਸਾਈਜ਼ ਹੋ ਜਾਂਦਾ ਆ।
ਉਹਦੇ ਅਲੱਗ-ਅਲੱਗ ਜਿਹੜੇ 4 ਖਾਨੇ ਆ ਉਹਨਾਂ ਦਾ ਸਾਈਜ਼ ਵਧਣਾ ਸ਼ੁਰੂ ਹੋ ਜਾਂਦਾ ਹੈ। ਉਹਦੇ ਵਿੱਚੋਂ ਵਾਸਟ ਡਿਫਰੈਂਸ ਲੰਘਦਾ ਹੈ, ਉਹਦੇ ਵਿੱਚੋਂ ਬਲੈਡਰ ਦੀਆਂ ਜਿਹੜੀਆਂ ਟਿਊਬਸ ਨੇ ਉਹ ਲੰਘ ਰਹੀ ਹੈ, ਯੂਰੇਥਰਾ ਲੰਘ ਰਹੀ ਹੈ। ਤੋ ਇਸ ਤਰ੍ਹਾਂ ਕਰਕੇ ਉਹ ਅਲੱਗ-ਅਲੱਗ ਖਾਨਿਆਂ 'ਚ ਵੰਡਿਆ ਜਾਂਦਾ ਹੈ। ਪਰ ਕਿਸੇ ਵੀ ਇੱਕ ਖਾਨੇ ਦੇ ਵਿੱਚ ਜਦੋਂ ਤੁਸੀਂ ਇਹਨੂੰ ਰੈਕਟਲ ਐਗਜ਼ਾਮੀਨੇਸ਼ਨ ਅਸੀਂ ਕਹਿੰਦੇ ਆ ਕਿ ਟੱਟੀ ਦੇ ਰਸਤੇ ਉਂਗਲ ਪਾ ਕੇ ਅਸੀਂ ਚੈੱਕ ਕਰਦੇ ਆ ਕਿ ਕੀ ਪ੍ਰੋਸਟੇਟ ਨਾਰਮਲ ਹੈਗਾ ਆ, ਔਰ ਉਹ ਜਿਸ ਪਾਸੇ ਦਾ ਵਧਿਆ ਹੋਏਗਾ ਉਹ ਸਾਨੂੰ ਆਟੋਮੈਟਿਕਲੀ ਫਿੰਗਰ ਨੂੰ ਮਹਿਸੂਸ ਹੋਏਗਾ ਕਿ ਇਹਦੇ ਵਿੱਚ ਕੁਝ ਗੜਬੜ ਹੈਗੀ ਹੈ। ਸੋ ਮੇਰੇ ਕਹਿਣ ਤੋਂ ਭਾਵ ਕਿ ਜਦੋਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੋਣ, ਬਿਨਾਂ ਖਾਦਿਆਂ ਹੀ ਜੀ ਕੱਚਾ ਹੋਵੇ ਤੇ ਉਲਟੀ ਆਉਣ ਨੂੰ ਮਨ ਕਰੇ, ਭੁੱਖ ਘਟਦੀ ਜਾਵੇ, ਭਾਰ ਘਟਣਾ ਸ਼ੁਰੂ ਹੋ ਜਾਏ, ਚਿਹਰੇ ਤੇ ਪੀਲਾਪਨ ਹੋ ਜਾਏ, ਖੂਨ ਘਟਣਾ ਸ਼ੁਰੂ ਹੋ ਜਾਵੇ, ਚੱਕਰ ਆਉਣੇ ਸ਼ੁਰੂ ਹੋ ਜਾਣ, ਸੋ ਸਮਝੋ ਕੋਈ ਵੀ ਗੱਲ ਜਿਹੜੀ ਆ ਉਹ ਸਧਾਰਨ ਨਹੀਂ। ਤੇ ਜਿਸ ਕਿਸੇ ਅੰਗ ਦੇ ਵਿੱਚ ਤੁਹਾਨੂੰ ਇਰਰੈਗੂਲਰਿਟੀ ਦਿਸੇ, ਬੰਤਰ ਦੇ ਵਿੱਚ ਉਹਦਾ ਫਰਕ ਆਉਣਾ ਸ਼ੁਰੂ ਹੋਵੇ ਔਰ ਉਹ ਇਰਰੈਗੂਲਰ ਹੋਵੇ ਤੇ ਹਾਰਡ ਹੋਵੇ, ਜਿੰਨੇ ਵੀ ਟਿਊਮਰ ਫਾਈਬਰਾਇਡ ਇਹ ਉਹ ਸਾਰੇ ਹੁੰਦੇ ਇਹਨਾਂ ਨੂੰ ਹੱਥ ਲਾਓਗੇ ਤੇ ਪੋਲੇ ਹੁੰਦੇ ਆ। ਸਿਸਟ ਹੁੰਦੇ ਨੇ ਤਾਂ, ਜੇ ਫਾਈਬਰਾਇਡ ਹੁੰਦੇ ਤਾਂ ਹੱਥ ਲਾਓ ਤੇ ਪੋਲੇ ਹੁੰਦੇ ਆ। ਜਿਹੜੇ ਕੈਂਸਰ ਵਾਲੇ ਟਿਊਮਰ ਹੁੰਦੇ ਨੇ ਉਹ ਹੱਥ ਲਾਓ ਤੇ ਪੋਲੇ ਨਹੀਂ ਹੁੰਦੇ, ਉਹ ਸਖਤ ਹੁੰਦੇ ਨੇ ਔਰ ਉਹ ਇਰਰੈਗੂਲਰ ਸ਼ੇਪ ਦੇ ਵਿੱਚ ਹੁੰਦੇ ਨੇ। ਸੋ ਮੈਂ ਸਮਝਦਾ ਜਿਹੜੀਆਂ ਕੈਂਸਰ ਦੀਆਂ ਨਿਸ਼ਾਨੀਆਂ ਜਦੋਂ ਇਹਦੀ ਵਾਰੀ ਆਊਗੀ ਅਲੱਗ-ਅਲੱਗ ਅੰਗਾਂ ਦੀ, ਉਦੋਂ ਤਾਂ ਫਿਰ ਆਪਾਂ ਇਹਨਾਂ ਨੂੰ ਦੁਬਾਰਾ ਰਿਪੀਟ ਕਰਨਾ। ਪਰ ਅੱਜ ਮੂੰਹ ਦੀਆਂ ਨਿਸ਼ਾਨੀਆਂ ਦੇ ਵਿੱਚ ਮੈਨੂੰ ਇਹ ਦੱਸਣਾ ਬੜਾ ਜ਼ਰੂਰੀ ਸੀ ਭਈ ਇਹ ਇਕੱਲਾ ਮੂੰਹ ਤੱਕ ਲਿਮਟਿਡ ਨਹੀਂ ਰਹਿ ਜਾਂਦਾ। ਇਹਦੀਆਂ ਨਿਸ਼ਾਨੀਆਂ ਕਿਉਂਕਿ ਹਰ ਬਿਮਾਰੀ ਦੀ ਆਪਣਾ ਇੱਕ ਰੇਂਜ ਹੈ ਨਾ, ਕਿ ਟੀਬੀ ਹੈ ਤੇ ਫੇਫੜੇ 'ਚ ਹੋਊਗੀ ਜਾਂ ਬੋਨ 'ਚ ਹੋਊਗੀ, ਗੋਨੋਕੋਕਸ ਹੋਊਗਾ ਤਾਂ ਜਣਨ ਅੰਗਾਂ 'ਚ ਹੋਊਗਾ। ਤੋ ਇਸ ਤਰ੍ਹਾਂ ਅਸੀਂ ਅੰਗਾਂ ਨੂੰ ਅਲੱਗ-ਅਲੱਗ ਵੰਡ ਦਿੰਦੇ ਆ ਵੀ ਫਲਾਣੀ ਬਿਮਾਰੀ ਫਲਾਣੀ ਥਾਂ ਤੇ ਹੁੰਦੀ ਹੈ ਜੀ। ਪਰ ਕੈਂਸਰ ਇੱਕ ਐਸੀ ਬਿਮਾਰੀ ਹੈ ਜਿਹੜੀ ਕਿਸੇ ਵੀ ਅੰਗ ਵਿੱਚ ਹੋ ਸਕਦੀ ਹੈ, ਪਰ ਇਹਦੀ ਇਨਵੋਲਵਮੈਂਟ ਜਿਹੜੀ ਹੈ ਐਜ਼ ਏ ਹੋਲ ਸਾਰੇ ਸਰੀਰ ਵਿੱਚ ਹੁੰਦੀ ਹੈ। ਇਸ ਕਰਕੇ ਮੈਨੂੰ ਮੂੰਹ ਦੇ ਇਸ ਕੈਂਸਰ ਦੇ ਨਾਲ ਅੱਜ ਇਹ ਦੱਸਣਾ ਪਿਆ ਕਿ ਇਹਦੇ ਕਾਰਡੀਨਲ ਸਾਈਨ ਕੀ ਨੇ। ਮੈਂ ਸਮਝਣਾ ਸਾਰੇ ਸਰੋਤਿਆਂ ਨੇ ਇਸ ਗੱਲ ਨੂੰ ਸੁਣ ਲਿਆ ਹੋਊਗਾ ਔਰ ਪੱਲੇ ਬੰਨ ਲਿਓ ਕਿ ਜਦੋਂ ਵੀ ਤੁਹਾਡਾ ਭਾਰ ਵਧਣਾ ਘਟਣਾ ਸ਼ੁਰੂ ਹੋ ਜਾਵੇ, ਨਾਰਮਲ ਤੋਂ ਘਟਣਾ ਸ਼ੁਰੂ ਹੋ ਜਾਵੇ, ਖਾਂਦੇ ਠੀਕ ਹੋ, ਸਾਰਾ ਕੁਝ ਠੀਕ ਹੈ, ਜਦੋਂ ਵੀ ਤੁਹਾਨੂੰ ਚੱਕਰ ਆਉਣੇ ਸ਼ੁਰੂ ਹੋ ਜਾਣ, ਜਦੋਂ ਵੀ ਤੁਹਾਨੂੰ ਇਹ ਲੱਗੇ ਕਿ ਮੇਰਾ ਜੀ ਕੱਚਾ ਹੋ ਰਿਹਾ ਹੈ, ਉਲਟੀ ਹੋ ਰਹੀ, ਖਾਣ ਪੀਣ ਵਾਲੀ ਕੋਈ ਬਦਹਜ਼ਮੀ ਵਾਲੀ ਕੋਈ ਗੱਲ ਨਹੀਂ, ਜਦੋਂ ਤੁਹਾਡੀਆਂ ਬਾਵਲ ਮੂਵਮੈਂਟਸ ਚੇਂਜ ਹੋ ਜਾਣ, ਤੁਹਾਡਾ ਭਾਰ ਚੇਂਜ ਹੋ ਜਾਵੇ, ਜਦੋਂ ਕਿਸੇ ਵੀ ਥਾਂ ਤੋਂ ਬਲੀਡਿੰਗ ਅਨਸੈਸਰੀ ਆਣੀ ਸ਼ੁਰੂ ਹੋ ਜਾਵੇ, ਤੇ ਸਮਝੋ ਇਹ ਨਿਸ਼ਾਨੀਆਂ ਸਧਾਰਨ ਨਹੀਂ, ਡਾਕਟਰ ਨੂੰ ਕੰਸਲਟ ਕਰੋ। ਅੱਜ ਦਾ ਮੇਰਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 7021 ਵਿਲੇਜ ਪਾਰਕਵੇ ਡਬਲਨ ਦੇ ਉੱਪਰ। ਮੇਰਾ ਫੋਨ ਨੰਬਰ 4086871899। ਕਿਸੇ ਵੀ ਵੇਲੇ ਫੋਨ ਕਰ ਸਕਦੇ ਹੋ ਜਾਂ ਈਮੇਲ ਰਾਹੀਂ HOMEOMEDICINE@yahoo.com ਕਿਸੇ ਵੀ ਵੇਲੇ ਈਮੇਲ ਕਰਕੇ ਵੀ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਕਿਸੇ ਬਿਮਾਰੀ ਬਾਰੇ ਜਾਣਨਾ ਹੈ ਜਾਂ ਸੈਕੰਡ ਓਪੀਨੀਅਨ ਲੈਣਾ ਹੈ ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣਾ ਹੈ ਜਾਂ ਹੋਮਿਓਪੈਥਿਕ ਦਵਾਈਆਂ ਲੈਣੀਆਂ ਤੇ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਕੱਲ ਫਿਰ ਇਸੇ ਟਾਈਮ ਇਸੇ ਪ੍ਰਵਾਜ਼ ਰੇਡੀਓ ਦੇ ਉੱਪਰ ਔਰ ਸਬ ਰੰਗ ਰੇਡੀਓ ਦੇ ਉੱਪਰ ਮੈਂ ਤੁਹਾਨੂੰ ਮਿਲਾਂਗਾ ਅਗਲੀ ਨਵੀਂ ਬਿਮਾਰੀ ਡਾਈਜੈਸਟਿਵ ਸਿਸਟਮ ਦੀ ਲੈ ਕੇ, ਤੇ ਅਸੀਂ ਉਹਦੇ ਬਾਰੇ ਵਾਰਤਾ ਤੁਹਾਡੇ ਨਾਲ ਸਾਂਝੀ ਕਰਾਂਗੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਬਹੁਤ ਮਿਹਰਬਾਨੀ। ਮੇਰੇ ਵੀਰ ਡਾਕਟਰ ਸਾਹਿਬ ਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਆ, ਤੁਸੀਂ ਗੂਗਲ ਤੇ ਵੀ ਸਰਚ ਮਾਰ ਸਕਦੇ